ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਹਰ ਰੋਜ਼ ਦੀ ਤਰ੍ਹਾਂ ਆਪ ਜੀ ਇਸ ਵਿਸ਼ੇਸ਼ ਗੁਰਮਤਿ ਕਲਾਸ ਦੇ ਵਿੱਚ ਜੁੜ ਚੁੱਕੇ ਹੋ, ਜਿਸ ਵਿੱਚ ਆਪਾਂ ਸਿੱਖ ਰਹਿਤ ਮਰਿਆਦਾ ਦੇ ਬਾਰੇ ਗੱਲਬਾਤ ਕਰਦੇ ਹਾਂ। ਸਿੱਖ ਰਹਿਤ ਮਰਿਆਦਾ ਨੂੰ ਵਿਚਾਰਨ ਦਾ ਇੱਕ ਯਤਨ ਕਰਦੇ ਹਾਂ, ਤਾਂ ਕਿ ਸਾਡੇ ਜੀਵਨ ਦੇ ਅੰਦਰ ਜੋ ਗੁਰੂ ਵੱਲੋਂ ਬਖਸ਼ੀ ਰਹਿਤ ਹੈ ਉਹ ਪਰਪੱਕ ਹੋ ਜਾਵੇ। ਸਾਨੂੰ ਆਪਣੇ ਗੁਰਧਾਮਾਂ ਤੇ ਆਪਣੇ ਘਰਾਂ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਉਸ ਰਹਿਤ ਨੂੰ ਲਾਗੂ ਕਰਨ ਦਾ ਜਿਹੜਾ ਹੈ ਉਹ ਕਿਰਪਾ, ਸਤਿਗੁਰਾਂ ਦੀ ਕਿਰਪਾ ਦੇ ਨਾਲ ਸਾਡੇ ਉਹ ਜੀਵਨ ਦੇ ਵਿੱਚ ਰਹਿਤ ਆ ਜਾਵੇ। ਇਸ ਕਰਕੇ ਆਪਾਂ ਇਸ ਜਿਹੜੀ ਵਿਸ਼ੇਸ਼ ਕਲਾਸ ਹੈ, ਜੋ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ, ਗੁਰੂ ਗੋਬਿੰਦ ਸਿੰਘ ਜੀ ਵੈਲਫੇਅਰ ਟਰੱਸਟ, ਜੋ ਸਮੁੱਚੀ ਬੜੌਦੇ ਦੀ ਸੰਗਤ ਹੈ, ਸਮੁੱਚੀ ਗੁਜਰਾਤ ਦੀ ਸੰਗਤ ਹੈ, ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹਨਾਂ ਕਲਾਸਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਫਾਇਦਾ ਰਹੇਗਾ। ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਅਸੀਂ ਘਰਾਂ ਦੇ ਵਿੱਚ ਹਾਂ, ਉੱਥੇ ਨਾਲ ਹੀ ਸਾਨੂੰ ਇੱਕ ਗੁਰਮਤਿ ਦੀ ਸੋਝੀ ਮਿਲ ਰਹੀ ਹੈ। ਤੇ ਕੱਲ੍ਹ ਨੂੰ ਜਦੋਂ ਅਸੀਂ ਆਪਣੇ ਜੀਵਨ 'ਚ ਵਿਚਰਾਂਗੇ ਤੇ ਇਹਨਾਂ ਗੱਲਾਂ ਨੂੰ ਜਿਹੜਾ ਹੈ ਯਾਦ ਵੀ ਰੱਖ ਸਕਦੇ ਹਾਂ। ਉਹਦੇ ਨਾਲ ਹੀ ਇਹ ਸਮੁੱਚੀ ਕਲਾਸ ਜਿਹੜੀ ਹੈ YouTube ਚੈਨਲ ਦੇ ਉੱਪਰ ਵੀ ਅਪਲੋਡ ਕਰ ਦਿੱਤੀ ਜਾਂਦੀ ਹੈ, ਕਲਾਸ ਤੋਂ 2 ਘੰਟਿਆਂ ਦੇ ਵਿੱਚ। ਤੇ ਜੇ ਕਿਤੋਂ ਆਪ ਜੀ ਨੂੰ ਲੱਗੇ ਤੇ ਆਪ ਜੀ ਉਸ ਜਗ੍ਹਾ ਤੋਂ ਦੁਬਾਰਾ ਉਸ ਕਲਾਸ ਨੂੰ ਜਿਹੜਾ ਰਿਪੀਟ ਕਰਕੇ ਸੁਣ ਸਕਦੇ ਹੋ। ਸੋ ਆਪਾਂ ਸਾਧ ਸੰਗਤ ਕੱਲ ਜੋ ਹੈ ਅੰਮ੍ਰਿਤ ਛਕਾਉਣ ਦੀ ਜੋ ਵਿਧੀ ਹੈ, ਅੰਮ੍ਰਿਤ ਸੰਚਾਰ ਦੀ ਵਿਧੀ, ਉਹਦੇ ਬਾਰੇ ਆਪਾਂ ਗੱਲ ਕਰ ਰਹੇ ਸੀ। ਅੱਜ ਆਪਾਂ ਜੋ 5 ਪਿਆਰੇ ਸਾਹਿਬਾਨ ਸਿੱਖ ਨੂੰ ਰਹਿਤ ਦ੍ਰਿੜ ਕਰਵਾਉਂਦੇ ਆ, ਉਹਦੇ ਬਾਰੇ ਆਪਾਂ ਗੱਲ ਕਰਨੀ ਹੈ। ਉਸ ਤੋਂ ਪਹਿਲਾਂ ਇੱਕ ਭਾਈ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਆਪ ਜੀ ਰਹਿਤ ਬਾਰੇ ਥੋੜ੍ਹਾ ਜਿਹਾ ਖੁੱਲ੍ਹ ਕੇ ਵਿਸਥਾਰ ਨਾਲ ਦੱਸੋ ਕਿ ਅੰਮ੍ਰਿਤ ਜਿਹੜਾ ਹੈ ਉਹ ਛਕਣ ਦੇ ਨਾਲ ਹੀ ਕੀ ਅਸੀਂ ਮੁਕਤ ਹੋ ਜਾਂਦੇ ਹਾਂ, ਕਿ ਅੰਮ੍ਰਿਤ ਛਕਣ ਦੇ ਨਾਲ ਹੀ ਸਾਡਾ ਜੀਵਨ ਜਿਹੜਾ ਹੈ ਉਹ ਬਦਲ ਜਾਂਦਾ ਹੈ, ਕਿ ਜਾਂ ਸਾਨੂੰ ਕੋਈ ਕਮਾਈ ਵੀ ਕਰਨੀ ਪੈਂਦੀ ਹੈ। ਤੇ ਉਹਦੇ ਲਈ ਆਪਾਂ ਜੋ ਹੈ ਵਿਸ਼ੇਸ਼ ਤੌਰ ਤੇ ਵਿਚਾਰਨਾ ਹੈ। ਤੇ ਫਿਰ ਆਪਾਂ ਜੋ ਅੰਮ੍ਰਿਤ ਸੰਸਕਾਰ ਦੇ ਵਿੱਚ ਜਦੋਂ ਅੰਮ੍ਰਿਤ ਸੰਚਾਰ ਤੋਂ ਬਾਅਦ ਸਿੱਖਾਂ ਨੂੰ ਜੋ ਦ੍ਰਿੜ ਕਰਵਾਈ ਜਾਂਦੀ ਹੈ ਰਹਿਤ, ਉਹਦੇ ਬਾਰੇ ਵੀ ਆਪਾਂ ਅੱਜ ਦੀ ਇਸ ਕਲਾਸ ਦੇ ਵਿੱਚ ਵਿਚਾਰਨਾ ਹੈ। ਸੋ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੋਲੋਂ ਹੀ ਇਹ ਗੱਲ ਪੁੱਛ ਲੈਂਦੇ ਹਾਂ। ਮੈਂ ਆਪ ਜੀ ਦੀ ਸਕਰੀਨ ਦੇ ਉੱਤੇ ਸਤਿਗੁਰਾਂ ਦੀ ਬਾਣੀ ਦਾ ਇੱਕ ਸ਼ਬਦ ਜਿਹੜਾ ਹੈ ਉਹ ਸ਼ੇਅਰ ਕਰ ਦੇਵਾਂ ਕਿ ਅੰਮ੍ਰਿਤ ਕੀ ਹੈ ਤੇ ਅੰਮ੍ਰਿਤ ਦੀ ਕਿੰਨੀ ਕੁ ਜ਼ਰੂਰਤ ਹੈ। ਆਪ ਜੀ ਦੀ ਸਕਰੀਨ ਉੱਤੇ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਜੀ ਦਾ ਜੋ ਸ਼ਬਦ ਹੈ ਉਹ ਆ ਗਿਆ ਹੈ, ਆਪ ਜੀ ਪੜ੍ਹ ਸਕਦੇ ਹੋ। ਸਤਿਗੁਰੂ ਬਖਸ਼ਿਸ਼ ਕਰਦੇ ਆ, ਕਹਿੰਦੇ ਕਿ ਮਨੁੱਖ ਦੇ ਅੰਦਰ ਹੀ ਅੰਮ੍ਰਿਤ ਹੈ। ਹਰ ਮਨੁੱਖ ਦੇ ਅੰਦਰ, ਹਰ ਜੀਵ ਦੇ ਅੰਦਰ ਅੰਮ੍ਰਿਤ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਪਰ ਜਿਹੜੇ ਮਨਮੁਖ ਲੋਕ ਹੁੰਦੇ ਆ, ਉਹਨਾਂ ਨੂੰ ਇਹਦਾ ਸਵਾਦ ਨਹੀਂ ਆਉਂਦਾ। ਘਰ ਦੇ ਵਿੱਚ, ਸਾਡੇ ਹਿਰਦੇ ਦੇ ਵਿੱਚ, ਸਾਡੇ ਅੰਦਰ ਅੰਮ੍ਰਿਤ ਹੈ ਤੇ ਉਹਦਾ ਜਿਹੜਾ ਮਨਮੁਖਾਂ ਨੂੰ ਸਵਾਦ ਨਹੀਂ ਆਉਂਦਾ। ਤੇ ਜੇ ਸਤਿਗੁਰਾਂ ਨੂੰ ਪੁੱਛੀਏ ਕਿ ਜੇ ਸਾਡੇ ਅੰਦਰ ਅੰਮ੍ਰਿਤ ਹੈ ਤੇ ਬਾਹਰੋਂ ਅੰਮ੍ਰਿਤ ਛਕਣ ਦੀ ਕਿਉਂ ਜ਼ਰੂਰਤ ਹੈ, ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਉਹ ਆਪਾਂ ਇੱਕ ਹੋਰ ਸ਼ਬਦ ਹੈ ਉਹ ਵਿਚਾਰਨਾ ਹੈ ਕਿ ਕਿਵੇਂ ਸਾਡੇ ਅੰਦਰ ਅੰਮ੍ਰਿਤ ਹੈ ਪਰ ਮਿਲਦਾ ਜਿਹੜਾ ਗੁਰੂ ਦੁਆਰਾ ਹੈ। ਗੁਰੂ ਤੋਂ ਬਖਸ਼ਿਸ਼ ਹੋ ਕੇ ਹੀ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਪਹਿਲਾਂ ਆਪਾਂ ਇਹ ਸ਼ਬਦ ਵਿਚਾਰਦੇ ਹਾਂ। ਸਤਿਗੁਰੂ ਬਖਸ਼ਿਸ਼ ਕਰਦੇ ਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ। ਮਹੱਲੇ ਦੇ ਅੱਗੇ 2 ਬਿੰਦੀਆਂ ਲੱਗੀਆਂ ਹੋਈਆਂ, ਇਹ ਪੂਰਾ ਪੜ੍ਹਨਾ ਇਹਨੂੰ ਮਹੱਲਾ ਤੀਜਾ, ਇਹਨੂੰ ਵਿਸਰਗਾ ਕਹਿੰਦੇ ਆ ਜੀ। ਆ ਜਿਹੜੀਆਂ 2 ਬਿੰਦੀਆਂ ਆਪ ਜੀ ਮੰਮੇ ਸ਼ਬਦ ਦੇ ਅੱਗੇ ਲੱਗੀਆਂ ਦਿਖ ਰਹੇ ਹੋ ਨਾ, ਇਹਨੂੰ ਵਿਸਰਗਾ ਕਹਿੰਦੇ ਆ, ਯਾਦ ਰੱਖਣਾ। ਸਤਿਗੁਰੂ ਬਖਸ਼ਿਸ਼ ਕਰਦੇ ਆ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ,
ਮਨਮੁਖਾਂ ਸਾਧ ਨਾ ਪਾਇਆ। ਸਾਧ ਦਾ ਅਰਥ ਸਵਾਦ। ਮਨਮੁਖ ਜਿਹੜੇ ਹੁੰਦੇ ਆ ਉਹਨਾਂ ਨੂੰ ਇਸ ਅੰਮ੍ਰਿਤ ਦਾ ਸਵਾਦ ਨਹੀਂ ਆਇਆ। ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਮਿਰਗ ਹੁੰਦਾ ਹੈ ਹਿਰਨ, ਤੇ ਹਿਰਨ ਦੇ ਕਸਤੂਰੀ ਲੱਗੀ ਹੁੰਦੀ ਨਾਭੀ ਦੇ ਵਿੱਚ, ਤੇ ਨਾਭੀ ਜਦੋਂ ਕਸਤੂਰੀ ਲੱਗੀ ਹੁੰਦੀ ਆ ਤੇ ਉਹਨੂੰ ਸਮੈਲ ਆਉਂਦੀ, ਇਹਨੂੰ ਲੱਗਦਾ ਕਿ ਇਹ ਜਿਹੜੀ ਕਸਤੂਰੀ ਹੈ ਕਿਤੇ ਬਾਹਰ ਹੈ, ਤੇ ਉਹ ਭੱਜਾ ਫਿਰਦਾ ਆਸੇ ਪਾਸੇ ਜੰਗਲ ਦੇ ਵਿੱਚ। ਇਸੇ ਕਰਕੇ ਸਤਿਗੁਰਾਂ ਨੇ ਉਦਾਹਰਨ ਦਿੱਤੀ ਆ ਕਿ ਮਨੁੱਖ ਦੇ ਅੰਦਰ ਅੰਮ੍ਰਿਤ ਹੈ, ਪਰ ਉਹ ਅੰਮ੍ਰਿਤ ਲੱਭਣ ਵਾਸਤੇ ਕਿਤੇ ਜੰਗਲਾਂ 'ਚ ਭਟਕਦਾ ਹੈ, ਕਿਤੇ ਕੁਛ ਕਰਦਾ ਹੈ, ਕਿਤੇ ਕੁਛ ਕਰਦਾ ਹੈ, ਕਿਤੇ ਵਿਕਾਰ ਕਮਾਉਂਦਾ ਹੈ ਕਿ ਇੱਥੋਂ ਮੈਨੂੰ ਅੰਮ੍ਰਿਤ ਮਿਲ ਜਾਏਗਾ। ਪਰ ਸਤਿਗੁਰੂ ਕਹਿੰਦੇ ਜਿਵੇਂ ਮਿਰਗ ਦੀ ਹਾਲਤ ਹੁੰਦੀ ਹੈ ਨਾ, ਭੱਜਦਾ ਫਿਰਦਾ ਹੈ, ਭਰਮ ਦਾ ਭਰਮ ਭੁਲਾਇਆ, ਉਵੇਂ ਹੀ ਮਨੁੱਖ ਦੇ ਅੰਦਰ ਹਿਰਦੇ ਦੇ ਵਿੱਚ ਅੰਮ੍ਰਿਤ ਹੈ, ਪਰ ਉਹ ਅੰਮ੍ਰਿਤ ਜਿਹੜਾ ਹੈ ਉਹਨੂੰ ਵੇਖਦਾ ਨਹੀਂ ਹੈ, ਤੇ ਮਿਰਗ ਦੀ ਤਰ੍ਹਾਂ, ਹਿਰਨ ਦੀ ਤਰ੍ਹਾਂ ਭੱਜਾ ਫਿਰਦਾ ਰਹਿੰਦਾ। ਜਿਵੇਂ ਹਿਰਨ ਦੇ ਕੋਲ ਕਸਤੂਰੀ ਹੁੰਦੀ ਆ, ਪਰ ਉਹ ਭੱਜਾ ਫਿਰਦਾ ਕਿ ਜਿਹੜੀ ਕਸਤੂਰੀ ਦੀ ਸਮੈਲ ਕਿਤੇ ਹੋਰ ਆ ਰਹੀ ਹੈ। ਅੰਮ੍ਰਿਤ ਤਜ ਬਿਖ ਸੰਗ੍ਰਹਿ, ਕਰਤੇ ਆਪ ਖੁਆਇਆ। ਅੰਮ੍ਰਿਤ ਤਜ, ਅੰਮ੍ਰਿਤ ਨੂੰ ਛੱਡ ਕੇ, ਜਿਹੜਾ ਹਿਰਦੇ 'ਚ ਅੰਮ੍ਰਿਤ ਹੈ ਉਹਨੂੰ ਛੱਡ ਕੇ ਮਨੁੱਖ ਕੀ ਕਰਦਾ ਹੈ ਕਿ ਬਿਖ ਸੰਗ੍ਰਹਿ। ਬਿਖ ਦਾ ਅਰਥ ਹੁੰਦਾ ਹੈ ਜ਼ਹਿਰ। ਜ਼ਹਿਰ ਕਿਹੜਾ ਹੈ? ਵਿਕਾਰਾਂ ਦਾ ਜ਼ਹਿਰ। ਵਿਕਾਰਾਂ ਰੂਪੀ ਜ਼ਹਿਰ ਨੂੰ ਸੰਗ੍ਰਹਿ ਹੈ, ਇਕੱਠਾ ਕਰਦਾ ਰਹਿੰਦਾ ਹੈ, ਵਿਕਾਰ ਕਮਾਉਂਦਾ ਰਹਿੰਦਾ ਹੈ। ਕਰਤੇ ਆਪ ਖੁਆਇਆ। ਸਤਿਗੁਰੂ ਕਹਿੰਦੇ ਤੇ ਅਕਾਲ ਪੁਰਖ ਨੇ ਉਹਦੇ ਕਰਮਾਂ ਦਾ ਕਰਕੇ ਇਹਨੂੰ ਆਪ ਹੀ ਖੁਆ ਦਿੱਤਾ, ਭਾਰ ਆਪ ਹੀ ਖੁੰਝਾ ਦਿੱਤਾ ਰਸਤੇ ਤੋਂ, ਅੰਮ੍ਰਿਤ ਵਾਲੇ ਪਾਸੇ ਤੋਂ। ਗੁਰਮੁਖ ਵਿਰਲੇ ਸੋਝੀ ਪਈ, ਤਿੰਨਾਂ ਅੰਦਰ ਬ੍ਰਹਮ ਦਿਖਾਇਆ। ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੁੰਦਾ ਹੈ ਜਿਹਨੂੰ ਇਹ ਸੋਝੀ ਪੈਂਦੀ ਹੈ ਕਿ ਹਾਂ ਮੇਰੇ ਅੰਦਰ ਅੰਮ੍ਰਿਤ ਹੈ ਤੇ ਮੈਂ ਉਸ ਅੰਮ੍ਰਿਤ ਨੂੰ ਚੱਖਣਾ ਹੈ। ਗੁਰਮੁਖ ਵਿਰਲੇ ਸੋਝੀ ਪਈ, ਤਿੰਨਾਂ ਅੰਦਰ ਬ੍ਰਹਮ ਦਿਖਾਇਆ। ਉਹਨਾਂ ਨੂੰ ਅੰਦਰੋਂ ਬ੍ਰਹਮ ਪ੍ਰਾਪਤ ਹੁੰਦਾ ਹੈ, ਅੰਦਰੋਂ ਅਕਾਲ ਪੁਰਖ ਪ੍ਰਾਪਤ ਹੁੰਦਾ ਹੈ। ਅੰਦਰੋਂ ਪ੍ਰਾਪਤ ਹੋਣਾ ਹੈ, ਬਾਹਰੋਂ ਨਹੀਂ। ਮਨ ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ। ਉਹਨਾਂ ਦਾ ਤਨ ਮਨ ਜਿਹੜਾ ਉਹ ਸ਼ੀਤਲ ਹੋ ਗਿਆ, ਤੇ ਉਹਨਾਂ ਦੀ ਜਿਹੜੀ ਰਸਨਾ ਆ, ਉਸ ਰਸਨਾ ਨੂੰ, ਉਸ ਅੰਮ੍ਰਿਤ ਦਾ ਸਵਾਦ ਜਿਹੜਾ ਉਹ ਆ ਗਿਆ। ਸ਼ਬਦੇ ਹੀ ਨਾਉ ਉਪਜੈ, ਸ਼ਬਦੇ ਮੇਲ ਮਿਲਾਇਆ। ਪਰਮਾਤਮਾ ਦਾ ਨਾਮ ਰੂਪੀ ਸ਼ਬਦ ਉਹਨਾਂ ਨੂੰ ਮਿਲ ਗਿਆ। ਸ਼ਬਦੇ ਹੀ ਨਾਉ ਉਪਜੈ, ਉਹਨਾਂ ਦੇ ਅੰਦਰੋਂ ਪ੍ਰਗਟ ਹੋਇਆ ਸ਼ਬਦ। ਸ਼ਬਦੇ ਮੇਲ ਮਿਲਾਇਆ, ਸ਼ਬਦ ਦੇ ਨਾਲ ਹੀ ਉਹਨਾਂ ਨੇ ਪਰਮਾਤਮਾ ਦੇ ਨਾਲ ਮੇਲ ਪਾ ਲਿਆ। ਬਿਨ ਸ਼ਬਦੈ ਸਭ ਜਗ ਬਉਰਾਨਾ, ਬਿਰਥਾ ਜਨਮ ਗਵਾਇਆ। ਸ਼ਬਦ ਤੋਂ ਬਿਨਾਂ ਮਨੁੱਖ ਦਾ ਜਨਮ ਜਿਹੜਾ ਬਿਰਥਾ ਹੈ। ਸਾਰਾ ਜਗ ਬਉਰਾਨਾ, ਬਉਰਾਨਾ ਪਾਗਲ, ਸਾਰਾ ਜਗ ਜਿਹੜਾ ਪਾਗਲ ਤੁਰਿਆ ਫਿਰਦਾ ਹੈ ਬਿਨਾਂ ਸ਼ਬਦ। ਬਿਨ ਸ਼ਬਦ ਹੈ ਸਭ ਜਗ ਬਉਰਾਨਾ, ਬਿਰਥਾ ਜਨਮ ਗਵਾਇਆ। ਆਪਣਾ ਜਿਹੜਾ ਜਨਮ ਹੈ ਮਨੁੱਖ ਬਿਰਥਾ ਗਵਾ ਕੇ ਚਲਾ ਜਾਂਦਾ ਹੈ। ਫਿਰ ਸਤਿਗੁਰੂ ਕਹਿੰਦੇ ਅੰਮ੍ਰਿਤ ਹੈ ਕਿ ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਅੰਮ੍ਰਿਤ ਜਿਹੜਾ ਹੈ ਉਹ ਗੁਰੂ ਦਾ ਸ਼ਬਦ ਹੈ, ਤੇ ਕਿਹਨਾਂ ਨੇ ਪਾਇਆ? ਗੁਰਮੁਖਾਂ ਨੇ। ਜਿਹੜੇ ਗੁਰੂ ਦੇ ਮੁਖੀ, ਗੁਰੂ ਦੇ ਸਾਹਮਣੇ ਹੋ ਕਰਕੇ ਜਿਨ੍ਹਾਂ ਹੱਥ ਜੋੜੇ, ਉਹਨਾਂ ਨੂੰ ਇਹ ਜਿਹੜਾ ਅੰਮ੍ਰਿਤ ਹੈ ਉਹ ਪ੍ਰਾਪਤ ਹੋਇਆ। ਨਾਨਕ ਗੁਰਮੁਖ ਪਾਇਆ, ਗੁਰਮੁਖਾਂ ਨੇ ਉਹ ਪ੍ਰਾਪਤ ਕੀਤਾ ਹੈ। ਅੰਮ੍ਰਿਤ ਘਰ ਦੇ ਵਿੱਚ ਹੈ, ਪਰ ਅਖੀਰਲੀ ਪੰਕਤੀ 'ਚ ਕਹਿ ਦਿੱਤਾ ਨਾਨਕ ਗੁਰਮੁਖ ਪਾਇਆ। ਇਹ ਗੁਰਮੁਖਾਂ ਨੇ ਪਾਇਆ, ਜਿਨ੍ਹਾਂ ਨੇ ਗੁਰੂ ਨੂੰ ਯਾਦ ਕੀਤਾ ਉਹਨਾਂ ਨੇ ਪਾਇਆ। ਅਸਲ 'ਚ ਅੰਮ੍ਰਿਤ ਸਾਡੇ ਹਿਰਦੇ ਦੇ ਵਿੱਚ ਹੈ। ਹਰ ਮਨੁੱਖ ਦੇ ਅੰਦਰ ਅੰਮ੍ਰਿਤ ਹੈ, ਪਰ ਉਹ ਪ੍ਰਗਟ ਕਦੋਂ ਹੁੰਦਾ ਹੈ? ਜਦੋਂ ਉਹਨੂੰ ਗੁਰੂ ਪ੍ਰਾਪਤ ਹੁੰਦਾ ਹੈ। ਉਦੋਂ ਉਹਨੂੰ ਇਸ ਚੀਜ਼ ਦਾ ਗਿਆਨ ਹੁੰਦਾ ਹੈ ਕਿ ਮੇਰੇ ਅੰਦਰ ਜਿਹੜਾ ਹੈ ਉਹ ਅੰਮ੍ਰਿਤ ਹੈ, ਤੇ ਮੈਂ ਉਹਨੂੰ ਪ੍ਰਾਪਤ ਕਰਨਾ ਹੈ। ਇਸੇ ਤਰ੍ਹਾਂ ਆਪਾਂ ਇੱਕ ਹੋਰ ਸਲਾਈਡ ਮੈਂ ਆਪ ਜੀ ਨਾਲ ਸ਼ੋਅ ਕਰਾਂ। ਗੁਰਬਾਣੀ ਦੇ ਆਧਾਰ ਦੇ ਉੱਤੇ ਆਪਾਂ ਅੰਮ੍ਰਿਤ ਵਿਚਾਰ ਰਹੇ ਹਾਂ। ਸਤਿਗੁਰੂ ਬਖਸ਼ਿਸ਼ ਕਰਦੇ ਆ, ਸੋਰਠ ਮਹੱਲਾ ਪਹਿਲਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਜਿਹੜੇ ਜਲ ਦੇ ਕਰਕੇ, ਭਾਵ ਅੰਮ੍ਰਿਤ ਜਲ ਦੇ ਕਰਕੇ, ਅੰਮ੍ਰਿਤ ਖਜ਼ਾਨੇ ਵਾਸਤੇ ਤੂੰ ਇਸ ਜੱਗ ਦੇ ਵਿੱਚ ਆਇਆ, ਸੰਸਾਰ ਤੇ ਆਇਆ, ਪਰ ਉਹ ਪ੍ਰਾਪਤ ਕਿੱਥੋਂ ਹੋਣਾ ਹੈ? ਸੋ ਅੰਮ੍ਰਿਤ ਗੁਰ ਪਾਹੀ ਜੀਓ। ਗੁਰੂ ਦੁਆਰਾ ਪ੍ਰਾਪਤ ਹੋਣਾ ਹੈ, ਗੁਰੂ ਤੋਂ ਹੀ ਉਹ ਜਿਹੜਾ ਹੈ ਪ੍ਰਾਪਤ ਹੋਣਾ ਹੈ। ਫਿਰ ਸਤਿਗੁਰੂ ਕਹਿੰਦੇ ਛੋਟੋ ਵੇਸ ਭੇਖ ਚਤੁਰਾਈ। ਵੱਖ ਵੱਖ ਤਰ੍ਹਾਂ ਦੇ ਭੇਖ ਜਿਹੜੇ ਉਹ ਛੱਡ ਦੇ, ਚਤੁਰਾਈਆਂ ਛੱਡ ਦੇ। ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀਂ ਦਿਓ। ਜਿਹੜਾ ਮਨੁੱਖ ਦੁਬਦਾ ਦੇ ਵਿੱਚ ਪਿਆ ਰਹਿੰਦਾ ਨਾ, ਮੈਨੂੰ ਉੱਥੋਂ ਅੰਮ੍ਰਿਤ ਮਿਲ ਜਾਏਗਾ, ਉੱਥੋਂ ਮਿਲ ਜਾਏਗਾ,
ਤੇ ਉਹਨਾਂ ਨੂੰ ਅੰਮ੍ਰਿਤ ਜਿਹੜਾ ਹੈ ਉਹ ਇਹ ਫਲ ਜਿਹੜਾ ਨਹੀਂ ਪ੍ਰਾਪਤ ਕਰ ਸਕਦੇ। ਇਹ ਪ੍ਰਾਪਤ ਗੁਰੂ ਤੋਂ ਹੁੰਦਾ ਹੈ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਇਹ ਮਨਾ ਥਿਰ ਰਹਿ ਆਪਣੇ ਗੁਰੂ ਦੇ ਸ਼ਬਦ ਦੇ ਵਿੱਚ। ਮਤ ਕਤ ਜਾਹੀ ਜੀਓ, ਕਿਤੇ ਭੱਜ ਨਾ। ਬਾਹਰ ਢੂੰਡਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਘਟ ਮਾਹੀ ਜੀਓ। ਸਤਿਗੁਰੂ ਕਹਿੰਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੈ। ਬਾਹਰੋਂ ਅੰਮ੍ਰਿਤ ਨਹੀਂ ਲੱਭਣਾ, ਪਰ ਆਪਾਂ ਹੁਣ ਇੱਥੇ ਵਿਚਾਰਨਾ ਹੈ ਕਿ ਆਪਾਂ ਫਿਰ ਬਾਹਰਲਾ ਅੰਮ੍ਰਿਤ ਕਿਉਂ ਛਕਦੇ ਹਾਂ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਬਾਹਰ ਢੂੰਡਿਆ ਅੰਮ੍ਰਿਤ ਨਹੀਂ ਮਿਲਣਾ, ਉੱਥੋਂ ਤੈਨੂੰ ਦੁੱਖ ਹੀ ਪ੍ਰਾਪਤ ਹੋਣਗੇ। ਘਰ ਅੰਮ੍ਰਿਤ ਘਟ ਮਾਹੀ ਜੀਓ, ਤੇਰੇ ਅੰਦਰ ਹੈ ਅੰਮ੍ਰਿਤ, ਤੇਰੇ ਘਟ ਦੇ ਵਿੱਚ, ਤੇ ਉਸੇ ਨੂੰ ਹੀ ਤੂੰ ਪ੍ਰਾਪਤ ਕਰਨਾ ਹੈ। ਹੁਣ ਸਤਿਗੁਰਾਂ ਨੇ ਦੇਖੋ ਪਹਿਲੀ ਪੰਕਤੀ 'ਚ ਸ਼ਬਦ ਕਿਹਾ ਕਿ ਜਿਸ ਅੰਮ੍ਰਿਤ ਜਲ ਦੇ ਕਰਕੇ ਤੂੰ ਇੱਥੇ ਆਇਆ, ਤੇ ਭਲਿਆ ਉਹ ਅੰਮ੍ਰਿਤ ਜਿਹੜਾ ਤੈਨੂੰ ਗੁਰੂ ਕੋਲੋਂ ਪ੍ਰਾਪਤ ਹੋਣਾ ਹੈ। ਪਰ ਹੁਣ ਰਹਾਉ ਦੀ ਪੰਕਤੀ 'ਚ ਸਤਿਗੁਰੂ ਕਹਿੰਦੇ ਤੇਰੇ ਅੰਦਰ ਅੰਮ੍ਰਿਤ ਹੈ। ਇਹ ਕੀ ਸਵਾਲ ਬਣਿਆ? ਇੱਕ ਪਾਸੇ ਸਤਿਗੁਰੂ ਕਹਿੰਦੇ ਕਿ ਉਹ ਗੁਰੂ ਕੋਲੋਂ ਅੰਮ੍ਰਿਤ ਮਿਲਣਾ ਹੈ, ਤੇ ਦੂਸਰੀ ਗੱਲ ਇੱਥੇ ਰਹਾਉ 'ਚ ਕਹਿ ਦਿੱਤਾ ਕਿ ਤੇਰੇ ਘਟ ਦੇ ਵਿੱਚ ਅੰਮ੍ਰਿਤ ਹੈ। ਦੋ ਸਵਾਲ ਹੈ ਨਾ, ਆਪੋਜਿਟ ਆ ਗਏ। ਪਹਿਲੋਂ ਕਹਿ ਦਿੱਤਾ ਕਿ ਗੁਰੂ ਪਾਸੋਂ ਤੈਨੂੰ ਅੰਮ੍ਰਿਤ ਦੀ ਪ੍ਰਾਪਤੀ ਹੋਣੀ ਆ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਤੇ ਰਹਾਉ ਦੇ ਬੰਦ 'ਚ ਕਹਿ ਦਿੱਤਾ ਕਿ ਘਰ ਅੰਮ੍ਰਿਤ ਘਟ ਮਾਹੀ ਜੀਓ। ਦੋ ਸਵਾਲ ਪੈਦਾ ਹੋ ਗਏ ਨਾ। ਹੁਣ ਸਤਿਗੁਰਾਂ ਨੇ ਇੱਥੇ ਇਹ ਬਖਸ਼ਿਸ਼ ਕੀਤੀ ਆ ਕਿ ਸਾਡੇ ਅੰਦਰ ਅੰਮ੍ਰਿਤ ਹੈ, ਪਰ ਉਹ ਪ੍ਰਾਪਤ ਗੁਰੂ ਦੁਆਰਾ ਹੁੰਦਾ ਹੈ। ਉਸ ਦੀ ਸੋਝੀ ਜਿਹੜੀ ਆ ਉਹ ਗੁਰੂ ਕਰਾਉਂਦਾ ਹੈ। ਸਾਡੇ ਅੰਦਰ ਸਾਡੇ ਹਿਰਦੇ ਦੇ ਵਿੱਚ ਅੰਮ੍ਰਿਤ ਹੈ, ਪਰ ਉਸ ਚੀਜ਼ ਦੀ ਸੋਝੀ ਜਿਹੜੀ ਹੈ ਉਹ ਗੁਰੂ ਕਰਾਉਂਦਾ ਹੈ। ਹੁਣ ਸਾਧ ਸੰਗਤ, ਅੰਦਰ ਵਾਲਾ ਅੰਮ੍ਰਿਤ ਜਿਹੜਾ ਨਾ ਉਹ ਪ੍ਰਗਟ ਗੁਰੂ ਦੁਆਰਾ ਹੁੰਦਾ ਹੈ। ਅੰਦਰ ਵਾਲਾ ਅੰਮ੍ਰਿਤ, ਸਾਡੇ ਅੰਦਰ ਅੰਮ੍ਰਿਤ ਹੈ, ਉਹ ਪ੍ਰਗਟ ਗੁਰੂ ਦੁਆਰਾ ਹੁੰਦਾ ਹੈ। ਉਹ ਕਿਵੇਂ? ਅਸੀਂ ਕਵਾਂਗੇ ਜੀ ਅੰਮ੍ਰਿਤ ਦਿਖਦਾ ਨਹੀਂ ਸਾਨੂੰ। ਅਸੀਂ ਕਿਉਂਕਿ ਸਰੀਰ ਦੇ ਵਿੱਚ ਹਰ ਤਰ੍ਹਾਂ ਦੇ ਅੰਗ ਹਨ, ਜੇ ਕਹਿੰਦੇ ਐਕਸਰਾ ਕਰਾਈਏ ਉਹਦੇ ਵਿੱਚ ਸਾਰੇ ਅੰਗ ਆ ਜਾਂਦੇ, ਫਿਰ ਅੰਮ੍ਰਿਤ ਕਿਉਂ ਨਹੀਂ ਆਉਂਦਾ? ਤੇ ਸਾਧ ਸੰਗਤ ਇੱਥੇ ਗੱਲ ਸੋਚਣ ਵਾਲੀ ਹੈ ਕਿ ਸਾਡੇ ਹਿਰਦੇ ਦੇ ਵਿੱਚ ਵਿਕਾਰ ਵੀ ਹਨ, 5 ਵਿਕਾਰ ਵੀ ਆ, ਉਹ ਵੀ ਕਿਹੜਾ ਦਿਖਦੇ ਆ? ਨਹੀਂ ਨਾ ਦਿਖਦੇ। ਇਸ ਤਰ੍ਹਾਂ ਸਾਡੇ ਹਿਰਦੇ ਦੇ ਅੰਦਰ 5 ਵਿਕਾਰ ਵੀ ਆ, ਸਾਡੇ ਹਿਰਦੇ ਦੇ ਅੰਦਰ ਅੰਮ੍ਰਿਤ ਵੀ ਆ। ਤੇ ਪਰ ਇਹ ਜਿਹੜਾ ਅੰਮ੍ਰਿਤ ਆ ਇਹ ਬਾਹਰੋਂ ਕਿਵੇਂ ਪ੍ਰਗਟ ਹੁੰਦਾ ਹੈ? ਸਾਡੇ ਹਿਰਦੇ 'ਚ 5 ਵਿਕਾਰ ਆ, ਉਹ ਵਿਕਾਰ ਵੀ ਪ੍ਰਗਟ ਉਦੋਂ ਹੁੰਦੇ ਜਦੋਂ ਅਸੀਂ ਬਾਹਰੋਂ ਵਿਕਾਰ ਅੰਦਰ ਲੈ ਕੇ ਜਾਂਦੇ ਹਾਂ। ਧਿਆਨ ਦਿਓ ਗੱਲ ਵੱਲ ਕਿ ਸਾਡੇ ਹਿਰਦੇ ਵਿੱਚ ਵਿਕਾਰ ਹਨ, 5 ਵਿਕਾਰਾਂ ਨਾਲ ਅਸੀਂ ਘਿਰੇ ਹੋਏ ਆ। ਪਰ ਉਹ 5 ਵਿਕਾਰ ਪ੍ਰਗਟ ਕਦੋਂ ਹੁੰਦੇ ਆ? ਉਹ 5 ਵਿਕਾਰ ਕਦੋਂ ਸਾਹਮਣੇ ਆਉਂਦੇ ਆ? ਜਦੋਂ ਸਾਨੂੰ ਬਾਹਰੋਂ, ਬਾਹਰਲੇ ਪਾਸਿਓਂ ਕਿਤਿਓਂ ਉਹ ਵਿਕਾਰ ਜਿਹੜਾ ਹੈ ਦਿਖ ਪੈਂਦਾ। ਜਦੋਂ ਸਾਡੀਆਂ ਅੱਖਾਂ ਪਰਾਇਆ ਰੂਪ ਦੇਖਦੀਆਂ, ਫਿਰ ਵਿਕਾਰ ਪੈਦਾ ਹੁੰਦਾ। ਸਾਡੀ ਚਮੜੀ ਸਪਰਸ਼ ਕਰਦੀ ਆ, ਫਿਰ ਉਹ ਵਿਕਾਰ ਪ੍ਰਗਟ ਹੁੰਦਾ। ਤੇ ਜੇ ਕਿਸੇ ਨੂੰ ਗੁੱਸਾ ਆਉਂਦਾ ਹੈ ਤੇ ਉਹ ਅੰਦਰ ਹੈ, ਗੁੱਸਾ ਅੰਦਰ ਹੀ, ਪਰ ਪ੍ਰਗਟ ਕਦੋਂ ਹੁੰਦਾ? ਜਦੋਂ ਉਹਦੇ ਲਾਗੇ ਉਹਦੇ ਦੁਸ਼ਮਣ ਦਾ ਨਾਂ ਲਿਆ ਜਾਵੇ। ਇਸ ਤਰ੍ਹਾਂ ਹੈ ਸਾਡੇ ਅੰਦਰ ਸਾਰਾ ਕੁਝ, ਪਰ ਇਹ ਪ੍ਰਗਟ ਕਿਵੇਂ ਹੁੰਦਾ ਹੈ? ਬਾਹਰੋਂ ਪ੍ਰਗਟ ਹੁੰਦਾ ਹੈ। ਬਾਹਰੋਂ ਅੰਦਰ ਜਾਂਦਾ ਹੈ ਤੇ ਫਿਰ ਅੰਦਰਲਾ ਜਿਹੜਾ ਹੈ ਵਿਕਾਰ ਉਹ ਪ੍ਰਗਟ ਹੁੰਦਾ ਹੈ। ਇਸੇ ਤਰ੍ਹਾਂ ਸਾਡੇ ਹਿਰਦੇ ਦੇ ਵਿੱਚ ਅੰਮ੍ਰਿਤ ਹੈ, ਹਰ ਇੱਕ ਦੇ ਅੰਦਰ ਅੰਮ੍ਰਿਤ ਹੈ, ਪਰ ਉਹ ਅੰਮ੍ਰਿਤ ਪ੍ਰਗਟ ਕਦੋਂ ਹੁੰਦਾ ਹੈ? ਜਦੋਂ ਅਸੀਂ ਬਾਹਰੋਂ ਅੰਮ੍ਰਿਤ, ਗੁਰੂ ਦੁਆਰਾ ਦਿੱਤਾ ਹੋਇਆ ਅੰਮ੍ਰਿਤ ਅੰਦਰ ਲੈ ਕੇ ਜਾਂਦੇ ਹਾਂ। ਫਿਰ ਉਹ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਸਾਡੇ ਅੰਦਰ ਉਹ ਫਲਦਾ ਹੈ, ਫਿਰ ਉਹ ਪ੍ਰਗਟ ਹੁੰਦਾ ਹੈ, ਫਿਰ ਮਨੁੱਖ ਜਪਦਾ ਹੈ, ਤੇ ਫਿਰ ਇਸ ਭਵ ਸਾਗਰ ਤੋਂ ਪਾਰ ਹੁੰਦਾ ਹੈ। ਇਸੇ ਤਰ੍ਹਾਂ ਉਦਾਹਰਨ ਸਤਿਗੁਰਾਂ ਨੇ ਦਿੱਤੀ ਹੈ ਕਿ ਜਿਵੇਂ ਕਿਸੇ ਲੱਕੜੀ ਦੇ ਵਿੱਚ ਕਹਿੰਦੇ ਕਿ ਅੱਗ ਹੁੰਦੀ ਆ, ਹਰ ਲੱਕੜੀ ਦੇ ਵਿੱਚ ਅੱਗ ਹੈ, ਪਰ ਇਸ ਤਰ੍ਹਾਂ ਨਹੀਂ ਨਾ ਲੱਕੜੀ ਪਈ ਉਹਨੂੰ ਅੱਗ ਲੱਗ ਜਾਏ, ਏਦਾਂ ਨਹੀਂ ਕਦੀ ਵੀ ਹੁੰਦਾ। ਉਸ ਲੱਕੜੀ ਨੂੰ ਅੱਗ ਪ੍ਰਗਟ ਕਰਨ ਵਾਸਤੇ, ਲੱਕੜ ਦੇ ਵਿੱਚ ਅੱਗ ਹੈ, ਉਸ ਅੱਗ ਨੂੰ ਪ੍ਰਗਟ ਕਰਨ ਵਾਸਤੇ ਉਸ ਲੱਕੜ ਨੂੰ ਚੰਗਿਆੜੀ ਦੀ ਲੋੜ ਹੈ, ਬਾਹਰੋਂ ਅੱਗ ਦੀ ਲੋੜ ਹੈ। ਜਦੋਂ ਬਾਹਰੋਂ ਉਸ ਲੱਕੜ ਨੂੰ ਅੱਗ ਪਈ ਤੇ ਉਹ ਅੱਗ ਜਿਹੜੀ ਹੈ ਲੱਕੜ ਦੇ ਵਿੱਚੋਂ ਪ੍ਰਗਟ ਹੋ ਗਈ। ਇਸੇ ਤਰ੍ਹਾਂ ਜਦੋਂ ਬਾਹਰੋਂ ਅੰਮ੍ਰਿਤ ਸਾਡੇ ਹਿਰਦੇ 'ਚ ਪਿਆ, ਗੁਰੂ ਦੁਆਰਾ ਦਿੱਤਾ ਹੋਇਆ ਅੰਮ੍ਰਿਤ ਜਿਹੜਾ ਸਾਡੇ ਅੰਦਰਲਾ ਅੰਮ੍ਰਿਤ ਹੈ ਉਹ ਪ੍ਰਗਟ ਹੋ ਗਿਆ। ਇਸੇ ਤਰ੍ਹਾਂ ਹਰ ਦੁੱਧ ਦੇ ਵਿੱਚ ਮੱਖਣ ਹੈ, ਸਾਨੂੰ ਪਤਾ ਹੈ, ਤੇ ਉਸ ਮੱਖਣ ਜਦੋਂ ਦੁੱਧ ਲੈਂਦੇ ਆ ਤੇ ਉਹ ਉਸ ਤਰ੍ਹਾਂ ਸਿੱਧਾ ਥੋੜੀ ਪ੍ਰਗਟ ਹੋ ਜਾਂਦਾ ਮੱਖਣ। ਸੁਆਣੀਆਂ ਨੂੰ ਪਤਾ ਹੈ ਸਿੱਧਾ ਮੱਖਣ ਨਹੀਂ ਕੱਢਿਆ ਜਾਂਦਾ, ਉਹਨੂੰ ਬਾਹਰੋਂ ਜਾਗ ਲਾਉਣੀ ਪੈਂਦੀ ਹੈ। ਬਾਹਰੋਂ ਜਾਗ ਲਾਵਾਂਗੇ ਉਹਦਾ ਦਹੀਂ ਬਣੇਗਾ ਤੇ ਉਹਦੇ ਵਿੱਚੋਂ ਫਿਰ ਮੱਖਣ ਪ੍ਰਗਟ ਹੋਏਗਾ। ਇਸੇ ਤਰ੍ਹਾਂ ਬਾਹਰੋਂ ਗੁਰੂ ਦਾ ਅੰਮ੍ਰਿਤ ਛਕਾਂਗੇ ਤੇ ਅੰਦਰੋਂ ਜਿਹੜਾ ਅੰਮ੍ਰਿਤ ਹੈ ਉਹ ਪ੍ਰਗਟ ਹੋਏਗਾ। ਉਹ ਅੰਮ੍ਰਿਤ ਦਾ ਰਸ ਜਿਹੜਾ ਉਹ ਫਿਰ ਆਵੇਗਾ। ਮੇਰੇ ਖਿਆਲ ਨਾਲ ਆਪ ਜੀ ਦੇ ਸਮਝ ਵਿੱਚ ਗੱਲ ਆ ਗਈ ਹੋਏਗੀ ਕਿ
ਸਤਿਗੁਰਾਂ ਨੇ ਇਹ ਜਿਹੜੀ ਬਖਸ਼ਿਸ਼ ਕੀਤੀ ਆ ਨਾ, ਕਿ ਜੋ ਅੰਮ੍ਰਿਤ ਹੈ ਉਹ ਸਾਡੇ ਹਿਰਦੇ ਦੇ ਵਿੱਚ ਹੈ, ਪਰ ਪ੍ਰਗਟ ਗੁਰੂ ਦੁਆਰਾ ਹੁੰਦਾ ਹੈ। ਜਦੋਂ ਅਸੀਂ ਗੁਰੂ ਦਾ ਅੰਮ੍ਰਿਤ ਛਕਦੇ ਆ ਨਾ, ਤੇ ਫਿਰ ਗੁਰੂ ਦੁਆਰਾ ਉਹ ਅੰਦਰਲਾ ਸਾਡਾ ਜਿਹੜਾ ਅੰਮ੍ਰਿਤ ਹੈ ਉਹ ਭਰਪੂਰ ਹੁੰਦਾ ਹੈ। ਅੰਮ੍ਰਿਤ ਜਿਹੜਾ ਹੈ ਉਹ ਬਾਹਰ ਆਉਂਦਾ ਹੈ। ਸੋ ਉਹ ਅੰਮ੍ਰਿਤ ਬਾਹਰ ਆਉਣ ਦਾ ਜਿਹੜਾ ਕਾਰਨ ਹੈ, ਕਿਵੇਂ ਆਉਂਦਾ ਹੈ, ਉਹ ਆਪਾਂ ਜਿਹੜੀ ਅੱਜ ਦੀ ਰਹਿਤ ਵਿਚਾਰਨੀ ਆ। ਇਹ ਅੰਮ੍ਰਿਤ ਪ੍ਰਗਟ ਕਰਨ ਦੀ, ਇਹ ਸਾਡਾ ਹੁਣ ਦਾਖਲਾ ਹੋ ਜਾਂਦਾ। ਜਦੋਂ ਅਸੀਂ ਅੰਮ੍ਰਿਤ ਛਕਦੇ ਨਾ ਗੁਰੂ ਘਰ ਦੇ ਵਿੱਚ, ਇੱਥੇ ਸਾਡਾ ਦਾਖਲਾ ਹੋ ਜਾਂਦਾ ਹੈ। ਇੱਥੇ ਸਾਨੂੰ ਗੁਰੂ ਦੇ ਘਰ ਦੇ ਵਿੱਚ ਦਾਖਲਾ ਮਿਲ ਜਾਂਦਾ ਹੈ। ਪਰ ਪਾਸ ਅਸੀਂ ਜਿਹੜਾ ਹੈ ਉਹ ਮਿਹਨਤ ਕਰਕੇ ਹੁੰਦੇ ਆ ਨਾ। ਜਦੋਂ ਕਿਸੇ ਸਕੂਲ 'ਚ ਕਿਸੇ ਵਿਦਿਆਰਥੀ ਦਾ ਦਾਖਲਾ ਹੋ ਜੇ ਤੇ ਵਿਦਿਆਰਥੀ ਪੜ੍ਹੇ ਨਾ, ਤੇ ਪਾਸ ਨਹੀਂ ਹੋ ਸਕਦਾ। ਤੇ ਇਸ ਕਰਕੇ ਸਤਿਗੁਰਾਂ ਨੇ ਸਾਡਾ ਦਾਖਲਾ, ਜਦੋਂ ਅਸੀਂ ਅੰਮ੍ਰਿਤ ਛਕ ਲੈਂਦੇ ਹਾਂ, ਸਾਡਾ ਗੁਰੂ ਦੇ ਘਰ ਦੇ ਵਿੱਚ ਦਾਖਲਾ ਹੋ ਜਾਂਦਾ ਹੈ। ਤੇ ਫਿਰ ਉਹ ਗੁਰੂ ਦੇ ਘਰ 'ਚ ਜਦੋਂ ਦਾਖਲਾ ਹੁੰਦਾ ਹੈ, ਤੇ ਫਿਰ ਅਸੀਂ ਜਿਹੜਾ ਹੈ ਅੱਗੇ ਕਮਾਈ ਕਰਨੀ ਹੁੰਦੀ ਹੈ। ਕਮਾਈ ਕਰਕੇ ਫਿਰ ਗੁਰੂ ਦੇ ਦਰ ਤੇ ਕਬੂਲ ਹੋਣਾ ਹੁੰਦਾ ਹੈ। ਉਹ ਕਮਾਈ ਕਰਨ ਦੀ ਜਿਹੜੀ ਦਾਤ ਜਾਂਚ ਹੈ, ਉਹ ਅੱਜ ਸਾਨੂੰ ਇਹਨਾਂ ਜੋ ਰਹਿਤ ਹੈ ਜਿਹੜੀ ਦ੍ਰਿੜ ਕਰਵਾਉਂਦੇ ਪੰਜ ਪਿਆਰੇ, ਉਹਦੇ ਵਿੱਚੋਂ ਪ੍ਰਾਪਤ ਹੋਏਗੀ। ਮੈਂ ਆਪ ਜੀ ਦੇ ਨਾਲ ਸਲਾਈਡ ਜਿਹੜੀ ਹੈ ਸਾਂਝੀ ਕਰਾਂ। ਪਹਿਲੀ ਜੋ ਅੱਜ ਆਪਾਂ ਵਿਚਾਰਨਾ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ, ਕਿ ਸ਼ਬਦ ਹੈ ਅੰਮ੍ਰਿਤ। ਕਿਉਂਕਿ ਸ਼ਬਦ ਦੇ ਨਾਲ ਹੀ ਇਹ ਅੰਮ੍ਰਿਤ ਤਿਆਰ ਹੁੰਦਾ ਹੈ ਨਾ। ਪੰਜ ਬਾਣੀਆਂ ਸ਼ਬਦ ਹਨ। ਸ਼ਬਦ ਦੇ ਨਾਲ, ਇਹ ਪੰਜ ਬਾਣੀਆਂ ਪੜ੍ਹਨ ਦੇ ਨਾਲ ਅੰਮ੍ਰਿਤ ਤਿਆਰ ਹੁੰਦਾ ਹੈ। ਫਿਰ ਉਹ ਅੰਮ੍ਰਿਤ ਜਿਹੜਾ ਸ਼ਬਦ ਰੂਪੀ ਅੰਮ੍ਰਿਤ ਸਾਡੇ ਅੰਦਰ ਪੈਂਦਾ ਹੈ। ਇਕੱਲਾ ਜਲ ਤੇ ਪਤਾਸੇ ਅੰਮ੍ਰਿਤ ਨਹੀਂ ਹੈ, ਇਹ ਯਾਦ ਰੱਖਿਓ। ਜਦੋਂ ਵਿੱਚ ਬਾਣੀ ਪੜ੍ਹੀ ਜਾਵੇਗੀ ਤੇ ਉਹ ਅੰਮ੍ਰਿਤ ਬਣੇਗਾ। ਤੇ ਜਦੋਂ ਉਹ ਬਾਣੀ ਪੜ੍ਹੀ ਜਾਂਦੀ ਹੈ ਤੇ ਉਹ ਅੰਮ੍ਰਿਤ ਬਣਦਾ ਹੈ, ਤੇ ਉਹ ਫਿਰ ਅੰਦਰ ਜਾਂਦਾ। ਤੇ ਫਿਰ ਅਸੀਂ ਅੰਮ੍ਰਿਤ ਵੇਲਾ ਨਿਤਨੇਮ ਕਰਦੇ ਹਾਂ, ਸ਼ਾਮ ਨੂੰ ਬਾਣੀ ਪੜ੍ਹਦੇ ਹਾਂ। ਫਿਰ ਉਹੀ ਅੰਮ੍ਰਿਤ ਜਿਹੜਾ ਹੈ ਨਾ ਸਾਡੇ ਅੰਦਰੋਂ ਭਰਪੂਰ ਹੋ ਕੇ ਬਾਹਰ ਨਿਕਲਦਾ। ਸੋ ਪੰਜ ਪਿਆਰੇ ਕੀ ਰਹਿਤ ਦੱਸਦੇ ਆ, ਕਿ ਜਦੋਂ ਆਪਾਂ ਕੱਲ ਤੱਕ ਕੀਤਾ ਸੀ ਕਿ ਅੰਮ੍ਰਿਤ ਛਕਾ ਕੇ ਫਿਰ ਜਿਹੜਾ ਸਾਰਾ ਛਕ ਲਿਆ ਜਾਵੇ। ਫਿਰ ਉਸ ਤੋਂ ਬਾਅਦ ਉਪਰੰਤ ਪੰਜੇ ਪਿਆਰੇ ਰਲ ਕੇ ਇੱਕੋ ਆਵਾਜ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ ਵਾਹਿਗੁਰੂ ਦਾ ਨਾਮ ਦੱਸ ਕੇ ਮੂਲ ਮੰਤਰ ਸੁਣਾਉਣ, ਤੇ ਉਹਨਾਂ ਪਾਸੋਂ ਇਸ ਦਾ ਰਟਨ ਕਰਾਉਣ। ਭਾਵ ਮੂਲ ਮੰਤਰ ਜਿਹੜਾ, ਜਿਹਨੂੰ ਗੁਰੂ ਦੁਆਰਾ ਮੰਤਰ ਜਿਹੜਾ ਮਿਲਦਾ ਹੈ ਨਾ, ਮੂਲ ਮੰਤਰ, ਉਹ ਦ੍ਰਿੜ ਕਰਵਾਇਆ ਜਾਂਦਾ ਹੈ ਪੰਜਾਂ ਪਿਆਰਿਆਂ ਨੂੰ। ਪੰਜ ਪਿਆਰੇ ਰਲ ਕੇ ਬੋਲਦੇ ਆ, ਤੇ ਫਿਰ ਜਿਹੜੀ ਅੱਗੇ ਸੰਗਤ ਬੈਠੀ ਹੁੰਦੀ ਆ ਉਹ ਇਹਨੂੰ ਦ੍ਰਿੜ ਕਰਦੀ ਆ, ਇਹਨੂੰ ਬੋਲਦੀ ਆ। ਫਿਰ ਪੰਜ ਪਿਆਰੇ ਵਾਰੋ ਵਾਰ ਜੋ ਮੂਲ ਮੰਤਰ ਅੱਗੇ ਲਿਖਿਆ ਹੋਇਆ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਫਿਰ ਉਹਨਾਂ ਨੂੰ ਦ੍ਰਿੜ ਕਰਵਾਇਆ ਜਾਂਦਾ, ਉਹਨਾਂ ਨੂੰ ਰਟਾਇਆ ਜਾਂਦਾ ਹੈ। ਅੰਮ੍ਰਿਤ ਛਕਣ ਵਾਲਿਆਂ ਨੂੰ ਵਾਹਿਗੁਰੂ ਨਾਮ ਦੱਸ ਕੇ, ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਕੋਈ। ਤੇ ਆਪਾਂ ਕੱਲ ਮੈਂ ਆਪ ਜੀ ਨੂੰ ਕਿਹਾ ਸੀ ਕਿ ਕੱਲ ਆਪਾਂ ਵਿਚਾਰਿਆ ਸੀ, ਇੱਕ ਸ਼ਬਦ ਸੀ ਕਿ ਗੁਰੂ ਮੰਤਰ ਹੀ ਨਸਯ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਿਸ਼ਟਣ। ਗੁਰੂ ਦੇ ਮੰਤਰ ਤੋਂ ਬਿਨਾਂ ਜਿਹੜਾ ਪ੍ਰਾਣੀ ਹੈ ਜਨਮਾਂ ਦੇ ਵਿੱਚ ਪੈ ਜਾਂਦਾ ਹੈ, ਵਾਰ-ਵਾਰ ਜੰਮਦਾ ਤੇ ਮਰਦਾ ਹੈ। ਕੱਕ ਹੈ ਸਪਨ ਹੈ ਸਰਪਨ ਹੈ ਤੁਲ ਖਲੈ। ਕੱਕ ਹੈ ਕਾਂ, ਕੱਕ ਹੈ ਸਰਪਨ ਹੈ ਸੱਪ, ਕੱਕ ਹੈ ਸਰਪਨ ਹੈ ਤੁਲ ਖਲੈ। ਤੁਲ ਖਲੈ ਜਿਹੜਾ ਹੈ ਉਹ ਸੂਰਾਂ ਵਰਗੀਆਂ ਐਸੀਆਂ ਭੈੜੀਆਂ ਜੂਨਾਂ ਦੇ ਵਿੱਚ ਉਹ ਮਨੁੱਖ ਪੈਂਦਾ ਹੈ ਜਿਹੜਾ ਗੁਰੂ ਦੇ ਮੰਤਰ ਤੋਂ ਹੀਨ ਹੁੰਦਾ ਹੈ। ਇਸ ਕਰਕੇ ਗੁਰੂ ਮੰਤਰ ਸੁਣਾ ਕੇ ਫਿਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਜਿਹੜਾ ਰਟਨ ਕਰਵਾਉਂਦੇ ਆ ਪੰਜ ਪਿਆਰੇ। ਫਿਰ ਟੈਕੇ ਨੰਬਰ ਤੇ ਆ ਜਾਓ। ਫਿਰ ਪੰਜਾਂ ਪਿਆਰੇ ਵਿੱਚੋਂ ਕੋਈ ਸੱਜਣ ਰਹਿਤ ਦੱਸੇ। ਹੁਣ ਰਹਿਤ ਇੱਥੋਂ ਆਰੰਭ ਹੋਣ ਲੱਗੀ ਹੈ। ਕੀ ਰਹਿਤ ਦੱਸਣੀ ਹੈ? ਅੱਜ ਤੋਂ ਤੁਸੀਂ ਸਤਿਗੁਰ ਕੈ ਜਨਮੇ ਗਵਨ ਮਿਟਾਇਆ ਹੈ। ਇਹ ਜਿਹੜੀ ਪੌੜੀ ਹੈ ਨਾ, ਇਹ ਜਿਹੜੀ ਪੰਕਤੀ ਹੈ, ਇਹ ਸਿੱਧ ਗੋਸ਼ਟੀ ਦੇ ਵਿੱਚੋਂ ਲਈ ਗਈ ਹੈ। ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਇਹ ਸਿੱਧਾਂ ਨੇ ਸਤਿਗੁਰਾਂ ਨੂੰ ਸਵਾਲ ਕੀਤਾ ਸੀ ਗੁਰੂ ਨਾਨਕ ਸਾਹਿਬ ਨੂੰ, ਤੇ ਉਸ ਸਮੇਂ ਸਤਿਗੁਰਾਂ ਨੇ ਕਿਹਾ ਸੀ ਕਿ ਅਸੀਂ ਤਾਂ ਸਤਿਗੁਰੂ ਦੇ ਘਰ ਦੇ ਵਿੱਚ ਜਨਮ ਲੈ ਕੇ ਆਪਣਾ ਆਵਾਗਮਨ ਮਿਟਾ ਲਿਆ। ਤੇ ਉਹ ਕਹਿੰਦੇ ਸੀ ਤੁਸੀਂ ਆਪਣਾ ਆਵਾਗਮਨ ਕਿਵੇਂ ਮਿਟਾਇਆ? ਤੇ ਉਹ ਕਹਿੰਦੇ ਮੈਂ ਸ਼ਬਦ ਦੇ ਵਿੱਚ ਆਪਣਾ ਜਨਮ ਲੈ ਕੇ ਆਵਾਗਮਨ ਮਿਟਾ ਲਿਆ। ਇਹ ਪੰਕਤੀ ਤੁਸੀਂ ਮੈਨੂੰ ਪੂਰੀ ਚਲੋ ਯਾਦ ਨਹੀਂ ਆ, ਤੇ ਆਪ ਜੀ ਉਸ ਸਿੱਧ ਗੋਸ਼ਟ ਦੇ ਵਿੱਚੋਂ ਬਾਣੀ ਦੇ ਵਿੱਚੋਂ ਪੜ੍ਹ ਸਕਦੇ ਹੋ। ਸਤਿਗੁਰ ਕੈ ਜਨਮੇ ਗਵਨ ਮਿਟਾਇਆ ਹੈ ਅਤੇ ਖਾਲਸਾ ਪੰਥ ਵਿੱਚ ਸ਼ਾਮਲ ਹੋਏ ਹੋ। ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ।
ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ ਤੇ ਧਾਰਮਿਕ ਮਾਤਾ ਜਿਹੜੀ ਹੈ ਉਹ ਸਾਡੇ ਮਾਤਾ ਸਾਹਿਬ ਕੌਰ ਜੀ ਹਨ। ਜਨਮ ਆਪ ਜੀ ਦਾ ਕੇਸਗੜ੍ਹ ਸਾਹਿਬ ਦਾ ਤੇ ਵਾਸੀ ਆਨੰਦਪੁਰ ਦੇ ਹੋ। ਜਨਮ ਸਾਡਾ ਕੇਸਗੜ੍ਹ, ਕਿਉਂਕਿ ਖਾਲਸੇ ਦਾ ਜਨਮ ਕੇਸਗੜ੍ਹ ਸਾਹਿਬ ਦਾ ਹੈ। ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਜੋ ਹੈ ਅੰਮ੍ਰਿਤ ਛਕਾ ਕੇ, ਉਸ ਜਗ੍ਹਾ ਦੇ ਉੱਤੇ ਪੰਜ ਪਿਆਰਿਆਂ ਨੂੰ ਪਹਿਲੀ ਵਾਰੀ ਅੰਮ੍ਰਿਤ ਛਕਾ ਕੇ ਸਤਿਗੁਰਾਂ ਨੇ ਜਿਹੜਾ ਸੀ ਪ੍ਰਗਟ ਕੀਤਾ ਸੀ ਖਾਲਸੇ ਨੂੰ। ਇਸ ਕਰਕੇ ਖਾਲਸੇ ਦਾ ਜਨਮ ਜਿਹੜਾ ਹੈ ਉਹ ਉੱਥੇ ਹੈ ਕੇਸਗੜ੍ਹ ਸਾਹਿਬ, ਉੱਥੋਂ ਦਾ ਜਨਮ ਹੈ। ਤੇ ਖਾਲਸਾ ਵਾਸੀ ਕਿੱਥੋਂ ਦਾ ਹੈ? ਆਨੰਦਪੁਰ ਸਾਹਿਬ ਦਾ। ਖਾਲਸੇ ਦਾ ਜਿਹੜਾ ਘਰ ਹੈ ਉਹ ਆਨੰਦਪੁਰ ਸਾਹਿਬ ਹੈ। ਤੁਸੀਂ ਇੱਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿੱਚ ਤੇ ਹੋਰ ਸਾਰੇ ਅੰਮ੍ਰਿਤਧਾਰੀਆਂ ਦੇ ਧਾਰਮਿਕ ਭਰਾਤਾ ਹੋ। ਸਾਰੇ ਅੰਮ੍ਰਿਤਧਾਰੀ ਆਪਸ ਦੇ ਵਿੱਚ ਧਾਰਮਿਕ ਭਰਾਤਾ ਹਨ। ਜੋ ਸਤਿਗੁਰਾਂ ਨੇ ਇੱਥੇ ਦੱਸਿਆ, ਇੱਕ ਪਿਤਾ ਦੇ ਪੁੱਤਰ ਹੋਣ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਪੁੱਤਰ ਹੈ, ਨਾਤੀ ਪੁੱਤਰ ਸ਼ਬਦ ਚੋਂ ਪੈਦਾ ਹੋਏ। ਇੱਕ ਹੁੰਦਾ ਬਿੰਦੀ ਪੁੱਤਰ, ਇੱਕ ਹੁੰਦਾ ਨਾਦੀ ਪੁੱਤਰ। ਬਿੰਦੀ ਪੁੱਤਰ ਹੁੰਦਾ ਹੈ ਜਿਹੜਾ ਬਿੰਦ ਤੋਂ ਪੈਦਾ ਹੁੰਦਾ ਇੱਕੋ ਮਾਂ ਪਿਓ ਦੇ, ਤੇ ਨਾਦੀ ਪੁੱਤਰ ਹੁੰਦਾ ਹੈ ਸ਼ਬਦ ਤੋਂ ਜਿਹੜੇ ਪੈਦਾ ਹੁੰਦੇ ਆ। ਜੋ ਗੁਰੂ ਦੇ ਸ਼ਬਦ ਤੋਂ ਅਸੀਂ ਪੈਦਾ ਹੋਏ ਆ ਨਾ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਚਾਰ ਸਾਹਿਬਜ਼ਾਦੇ ਆ ਉਹ ਸਤਿਗੁਰਾਂ ਦੇ ਬਿੰਦੀ ਪੁੱਤਰ ਹਨ, ਤੇ ਖਾਲਸਾ ਸਤਿਗੁਰੂ ਦਾ ਨਾਦੀ ਪੁੱਤਰ ਹੈ। ਨਾਦੀ ਤੋਂ ਭਾਵ ਸ਼ਬਦ, ਨਾਦ ਤੋਂ ਪੈਦਾ ਹੋਏ, ਇਹ ਸ਼ਬਦ ਤੋਂ ਪੈਦਾ ਹੋਏ ਆ, ਕਿਉਂਕਿ ਪੰਜ ਬਾਣੀਆਂ ਸ਼ਬਦ ਹਨ। ਜਿਹੜੀਆਂ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਗਿਆ, ਉਹ ਤੋਂ ਖਾਲਸਾ ਪੈਦਾ ਹੋਇਆ। ਇਸ ਕਰਕੇ ਇਹ ਸ਼ਬਦ ਦੇ ਨਾਲ ਅਸੀਂ ਇੱਕ ਦੂਜੇ ਦੇ, ਤੁਸੀਂ ਸਤਿਗੁਰਾਂ ਦੇ ਪੁੱਤਰ ਹੋ, ਤਾਂ ਕਰਕੇ ਆਪਸ ਤੁਸੀਂ ਭਰਾਤਾ ਹੋ। ਤੁਸੀਂ ਪਿਛਲੀ ਕੁੱਲ ਕਿਰਤ ਕਰਮ ਧਰਮ ਦਾ ਤਿਆਗ ਕਰਕੇ, ਅਰਥਾਤ ਪਿਛਲੀ ਜਾਤ ਪਾਤ ਜਨਮ ਦੇਸ਼ ਮਜ਼ਹਬ ਦਾ ਖਿਆਲ ਤੱਕ ਛੱਡ ਕੇ ਨਰੋਲ ਖਾਲਸਾ ਬਣ ਗਏ ਹੋ। ਇੱਥੇ ਮੈਨੂੰ ਘਟਨਾ ਯਾਦ ਆ ਗਈ। ਤੇ ਕਹਿੰਦੇ ਕਿ ਜਦੋਂ ਮੋਰਚਾ ਲੱਗਾ ਸੀ ਨਾ ਜੈਤੋ ਦਾ, ਜੈਤੋ ਦੇ ਮੋਰਚੇ 'ਚ ਜਿਹੜੇ ਅੰਗਰੇਜ਼ ਸੀ ਇੱਕ, ਉਹ ਕਿਤੇ ਜਦੋਂ ਜੈਤੋ ਦਾ ਮੋਰਚਾ ਲੱਗਾ ਖਤਮ ਹੋਇਆ ਤੇ ਉਹ ਅੰਗਰੇਜ਼ ਜਦੋਂ ਵਾਪਸ ਚਲੇ ਗਏ ਤੇ ਉੱਥੋਂ ਕੋਈ ਅੰਗਰੇਜ਼ੀ ਫਿਰ ਭਾਰਤ ਆਇਆ। ਉਹ ਸਿਪਾਹੀ ਸੀ ਉਸ ਸਮੇਂ ਜਦੋਂ ਜੈਤੋ ਦਾ ਮੋਰਚਾ ਲੱਗਾ ਸੀ, ਤੇ ਉਹ ਕਿਸੇ ਰੈਸਟੋਰੈਂਟ 'ਚ ਏਦਾਂ ਹੀ ਕੁਝ ਖਾ ਰਿਹਾ ਸੀ। ਨੇੜੇ ਇੱਕ ਸਿੱਖ ਬੈਠਾ ਸੀ, ਕਿਰਪਾਨ ਪਹਿਨੀ ਹੋਈ ਸੀ, ਅੰਮ੍ਰਿਤਧਾਰੀ। ਤੇ ਉਹ ਅੰਗਰੇਜ਼ ਵਾਰ-ਵਾਰ ਕਵੇ ਕਿ ਮਾਈ ਫਾਦਰ ਇਜ਼ ਗੁਰੂ ਗੋਬਿੰਦ ਸਿੰਘ। ਉਹ ਸਿੱਖ ਜਿਹੜਾ ਸੀ ਉਹਦੇ ਵੱਲ ਬੜਾ ਧਿਆਨ ਨਾਲ ਵੇਖੇ, ਤੇ ਉਹਨੇ ਫੇਰ ਇੱਕ ਦੋ ਵਾਰੀ ਕਿਹਾ, ਤੇ ਉਹ ਸਿੱਖ ਨੇ ਉਹਦੇ ਲਾਗੇ ਜਾ ਕੇ ਪੁੱਛ ਲਿਆ ਕਿ ਭਾਈ ਕੀ ਗੱਲ, ਤੂੰ ਮਤਲਬ ਵਾਰ-ਵਾਰ ਇਹ ਗੱਲ ਕਿਉਂ ਕਹਿਣਾ ਹੈ ਕਿ ਮਾਈ ਫਾਦਰ ਗੁਰੂ ਗੋਬਿੰਦ ਸਿੰਘ। ਤੇ ਉਹ ਕਹਿੰਦਾ ਕਿ ਜਦੋਂ ਜੈਤੋ ਦਾ ਮੋਰਚਾ ਲੱਗਾ ਸੀ ਨਾ, ਮੈਂ ਉਸ ਸਮੇਂ ਸਿਪਾਹੀ ਸੀ ਉੱਥੇ, ਤੇ ਕਹਿੰਦਾ ਜਿੰਨੇ ਵੀ ਸਿੱਖ ਜੈਤੋ ਦੇ ਮੋਰਚੇ 'ਚ ਆਉਂਦੇ ਸੀ ਨਾ ਗ੍ਰਿਫਤਾਰੀ ਦੇਣ ਵਾਸਤੇ, ਤੇ ਕਹਿੰਦਾ ਅਸੀਂ ਉਹਨਾਂ ਨੂੰ ਫੜ ਲੈਂਦੇ ਸੀ, ਤੇ ਫੜ ਕੇ ਅਸੀਂ ਇਹਨਾਂ ਨੂੰ ਕੁੱਟਦੇ ਸੀ, ਤੇ ਕੁੱਟ ਕੇ ਇਹਨਾਂ ਨੂੰ ਕਹਿੰਦੇ ਸੀ ਆਪਣਾ ਘਰ-ਬਾਰ ਦੱਸੋ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੇ, ਤੁਹਾਡੇ ਪਿਓ ਦਾ ਨਾਂ ਕੀ ਹੈ। ਕਹਿੰਦਾ ਸਾਰੇ ਜਿਹੜੇ ਇੰਨੀ ਕੁੱਟ ਖਾਣ ਤੋਂ ਬਾਅਦ ਵੀ ਇੱਕੋ ਗੱਲ ਕਹਿੰਦੇ ਸੀ ਕਿ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ ਤੇ ਅਸੀਂ ਵਾਸੀ ਹਾਂ ਆਨੰਦਪੁਰ ਸਾਹਿਬ ਦੇ। ਸਾਰੇ ਸਿੱਖ ਕਹਿੰਦਾ ਏਦਾਂ ਹੀ ਕਹਿੰਦੇ ਸੀ। ਕਹਿੰਦਾ ਸਾਨੂੰ ਬੜਾ ਗੁੱਸਾ ਆਉਂਦਾ ਸੀ, ਅਸੀਂ ਬੜਾ ਕੁੱਟਿਆ, ਪਰ ਕਹਿੰਦਾ ਤੁਹਾਡੀ ਕੌਮ ਨੇ ਕਦੀ ਹਾਰ ਨਹੀਂ ਮੰਨੀ, ਸਾਰਿਆਂ ਨੇ ਕਦੀ ਆਪਣਾ ਪੱਕਾ ਪਤਾ ਨਹੀਂ ਦੱਸਿਆ, ਸਾਰਿਆਂ ਨੇ ਇਹੋ ਕਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਤੇ ਅਸੀਂ ਆਨੰਦਪੁਰ ਸਾਹਿਬ ਦੇ ਵਾਸੀ ਹਾਂ। ਸੋ ਸਤਿਗੁਰਾਂ ਨੇ ਇਹ ਬੜੀ ਵੱਡੀ ਸਾਨੂੰ ਜਿਹੜੀ ਹੈ ਪ੍ਰਬਲ ਸ਼ਕਤੀ ਦਿੱਤੀ ਹੈ। ਸੋ ਇੱਥੇ ਪੰਥ ਨੇ ਕਿਹਾ ਹੈ ਕਿ ਤੁਹਾਡੀ ਪਿਛਲੀ ਕੁੱਲ ਕਿਰਤ ਕਰਮ ਧਰਮ ਤਿਆਗ ਕੇ, ਅਰਥਾਤ ਪਿਛਲੀ ਜਾਤ ਪਾਤ ਜਨਮ ਦੇਸ਼ ਮਜ਼ਹਬ ਦਾ ਖਿਆਲ ਤੱਕ ਛੱਡ ਕੇ ਨਿਰੋਲ ਖਾਲਸਾ ਬਣ ਗਏ ਹੋ। ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਅਵਤਾਰ ਪੈਗੰਬਰ ਦੀ ਉਪਾਸਨਾ ਨਹੀਂ ਕਰਨੀ। ਕਿਸੇ ਵੀ ਦੇਵੀ ਦੇਵਤੇ ਅਵਤਾਰ ਕਿਸੇ ਵੀ ਪੈਗੰਬਰ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਸਿੱਖ ਨੇ ਰੱਖਣਾ। ਇਹ ਆਪਾਂ ਪਿੱਛੇ ਬਹੁਤ ਢੰਗ ਦੇ ਨਾਲ ਵਿਚਾਰ ਰਹੇ ਹਾਂ ਗੁਰਮਤਿ ਦੀ ਰਹਿਣੀ ਦੇ ਵਿੱਚ। ਦਸੋਂ ਗੁਰੂ ਸਾਹਿਬਾਨ ਨੂੰ ਤੇ ਉਹਨਾਂ ਦੀ ਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ। ਦਸਾਂ ਗੁਰੂ ਸਾਹਿਬਾਨਾਂ ਦੀ ਬਾਣੀ ਤੇ ਹੋਰ ਕਿਸੇ ਨੂੰ ਵੀ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ। ਫਿਰ ਉਸ ਤੋਂ ਬਾਅਦ ਤੁਸੀਂ ਗੁਰਮੁਖੀ ਜਾਣਦੇ ਹੋ, ਇਹ ਸਵਾਲ ਕੀਤਾ ਜਾਂਦਾ। ਜੇ ਨਹੀਂ ਜਾਣਦੇ ਤਾਂ ਸਿੱਖ ਲਓ। ਜੇ ਗੁਰਮੁਖੀ ਨਹੀਂ ਆਉਂਦੀ, ਦੇਖੋ ਇੱਥੇ ਫਿਰ ਦੀ ਗੱਲ ਹੈ ਕਿ ਗੁਰਮੁਖੀ ਹਰ ਸਿੱਖ ਦੇ ਲਈ ਸਿੱਖਣੀ ਬੜੀ ਜ਼ਰੂਰੀ ਹੈ। ਕਿ ਗੁਰਮੁਖੀ ਤੁਸੀਂ ਜਾਣਦੇ ਹੋ, ਜੇ ਨਹੀਂ ਜਾਣਦੇ ਤਾਂ ਸਿੱਖ ਲਓ। ਅਤੇ ਹਰ ਰੋਜ਼ ਘੱਟ ਤੋਂ ਘੱਟ ਇਹਨਾਂ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਜਾਂ ਸੁਣਨਾ। ਘੱਟ ਤੋਂ ਘੱਟ ਸ਼ਬਦ ਵਰਤਿਆ,
ਵੱਧ ਤੋਂ ਵੱਧ ਜਿੰਨਾ ਮਰਜ਼ੀ ਆਪ ਜੀ ਕਰ ਸਕਦੇ ਹੋ, ਪਰ ਘੱਟ ਤੋਂ ਘੱਟ ਇਹਨਾਂ ਬਾਣੀਆਂ ਦਾ ਪਾਠ ਜਿਹੜਾ ਉਹ ਸਿੱਖ ਨੇ ਕਰਨਾ ਜਾਂ ਸੁਣਨਾ ਹੈ। ਜਪ ਜਪਜੀ ਸਾਹਿਬ, ਜਾਪ 10 ਹੋਈਏ ਸ਼ਰਾਵਕ ਸੁਧਾ ਵਾਲੇ, ਸੋਚਦਾ ਰਹਿ ਰਸ ਸ਼ਾਮ ਨੂੰ ਤੇ ਰਾਤ ਨੂੰ ਸੋਲਾ ਸਾਹਿਬ। ਘੱਟ ਤੋਂ ਘੱਟ ਇੰਨਾ ਪਾਠ ਜਿਹੜਾ ਸਿੱਖ ਨੇ ਕਰਨਾ ਹੈ, ਤੇ ਇਸ ਤੋਂ ਵੱਧ ਜਿਹੜਾ ਹੈ ਉਹ ਜਿੰਨਾ ਮਰਜ਼ੀ ਕਰੀ ਜਾਵੇ, ਭਾਵੇਂ 5 ਗ੍ਰੰਥੀ ਦਾ ਨਿਤਨੇਮ ਸਿੱਖ ਕਰੀ ਜਾਵੇ, ਤੇ ਭਾਵੇਂ ਰੋਜ਼ ਦਾ ਸੁਖਮਨੀ ਸਾਹਿਬ ਪੜ੍ਹੀ ਜਾਵੇ, ਭਾਵੇਂ ਜਿੰਨਾ ਉਹਦੀ ਮਰਜ਼ੀ ਹੈ, ਇੱਛਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਣਨਾ। ਹੁਣ ਆਪਾਂ ਪਿੱਛੇ ਵਿਚਾਰਿਆ ਸੀ ਸਹਿਜ ਪਾਠ ਦੀ ਮਰਿਆਦਾ, ਕਿ ਹਰ ਸਿੱਖ ਦਾ ਇੱਕ ਸਹਿਜ ਪਾਠ ਰੱਖਿਆ ਹੋਣਾ ਚਾਹੀਦਾ। ਇਸ ਕਰਕੇ ਹਰ ਸਿੱਖ ਨੇ ਇੱਕ ਸਹਿਜ ਪਾਠ ਕਰਨਾ ਜਾਂ ਸੁਣਨਾ ਹੈ। ਪਰਿਵਾਰ 'ਚ ਜੇ ਕੋਈ ਕਰਦਾ ਤੇ ਉਹ ਰੱਖ ਲੈਣ, ਉਹ ਜਿਹੜਾ ਕਰਦਾ ਹੈ ਉਹ ਕਰੀ ਜਾਵੇ ਤੇ ਬਾਕੀ ਸੁਣੀ ਜਾਣ। ਇਸ ਤਰ੍ਹਾਂ ਵੀ ਕਰ ਸਕਦੇ ਹੋ ਤੁਸੀਂ। ਇੱਕ ਸਹਿਜ ਪਾਠ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਜ਼ਰੂਰੀ ਹੈ। 5 ਕੱਕਿਆਂ ਕੇਸ, ਕਿਰਪਾਨ, ਕਛਹਿਰਾ, ਕੰਘਾ, ਕੜਾ ਨੂੰ ਹਰ ਵੇਲੇ ਅੰਗ ਸੰਗ ਰੱਖਣਾ ਹੈ। ਕੇਸ ਜੋ ਹਨ ਉਹ ਗੁਰੂ ਦੀ ਮੋਹਰ ਹੈ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਕੇਸ ਕਕਾਰ ਵੀ ਹਨ ਤੇ ਕੇਸ ਕੁਰੈਤ ਵਿੱਚ ਵੀ ਆਉਂਦੇ, ਕੇਸ ਕਕਾਰਾਂ ਦੇ ਵਿੱਚ ਵੀ ਆਉਂਦੇ, ਕੇਸ ਕੁਰੈਤ ਵੀ। ਜੇ ਕੇਸਾਂ ਦੀ ਬੇਅਦਬੀ ਕਰਦਾ ਸਿੱਖ ਕੁਰੈਤੀ ਹੋ ਜਾਂਦਾ। ਇਸ ਕਰਕੇ ਕੇਸਾਂ ਦੀ ਸਾਂਭ ਸੰਭਾਲ ਕਰਨੀ ਹੈ। ਸਭ ਤੋਂ ਪਹਿਲਾਂ ਕੇਸ ਨੂੰ ਗੁਰੂ ਦੀ ਮੋਹਰ ਮੰਨਣਾ ਹੈ। ਫਿਰ ਉਸ ਤੋਂ ਬਾਅਦ ਕਿਰਪਾਨ ਜਿਹੜੀ ਹੈ ਨਾ ਉਹ ਪਹਿਨਣੀ ਹੈ। ਕਿਰਪਾਨ ਦੀ ਲੰਬਾਈ ਦੀ ਕੋਈ ਹੱਦ ਨਹੀਂ ਹੋ ਸਕਦੀ, ਜਿੰਨੀ ਮਰਜ਼ੀ ਵੱਡੀ ਕਿਰਪਾਨ ਆਪ ਜੀ ਰੱਖ ਸਕਦੇ ਹੋ, ਪਰ ਇਹ ਯਾਦ ਰੱਖਣਾ ਕਿ ਕਿਰਪਾਨ ਜਿਹੜੀ ਹੈ ਉਹ ਮਿਆਨ ਵਾਲੀ ਹੋਣੀ ਚਾਹੀਦੀ ਹੈ, ਤੇ ਉਹ ਕਿਰਪਾਨ ਹੋਣੀ ਚਾਹੀਦੀ ਹੈ, ਨਾ ਕੋਈ ਨਿੱਕਾ ਜਾਂ ਚਾਕੂ ਜਾਂ। ਇਸ ਤਰ੍ਹਾਂ ਨਹੀਂ, ਕਿਰਪਾਨ ਹੋਣੀ ਚਾਹੀਦੀ ਹੈ। ਜਿੱਡੀ ਕਿਰਪਾਨ ਆਪਾਂ ਪਹਿਨਦੇ ਹਾਂ 7 ਇੰਚੀ 9 ਇੰਚੀ, ਇਸ ਤੋਂ ਵਧੇਕ ਜਿੰਨੀ ਮਰਜ਼ੀ ਆਪ ਜੀ ਪਹਿਨ ਸਕਦੇ ਹੋ। ਕਿਰਪਾਨ ਸਿੱਖ ਦੇ ਕੋਲ ਹੋਣੀ ਚਾਹੀਦੀ ਆ। ਕਿਰਪਾਨ ਇਸ ਗੱਲ ਦਾ ਇਹ ਵੀ ਪ੍ਰਤੀਕ ਹੁੰਦੀ ਹੈ ਕਿ ਕਿਸੇ ਮਜਲੂਬ ਨੂੰ ਜਦੋਂ ਲੋੜ ਪੈਂਦੀ ਆ, ਤੇ ਜਦੋਂ ਦੇਖਦਾ ਕਿ ਇਹ ਕਮਰਧਾਰੀ ਸਿੱਖ ਇਹਦੇ ਗਾਤਰੇ ਕਿਰਪਾਨ ਇਹ ਮੇਰੀ ਰੱਖਿਆ ਕਰੇਗਾ, ਤੇ ਉਹ ਫਿਰ ਸਿੱਖ ਉਹਦੇ ਵਾਸਤੇ ਤਿਆਰ ਬਰ ਤਿਆਰ ਰਹਿੰਦਾ। ਤਾਂ ਇਹ ਕਿਰਪਾਨ ਅਸੀਂ ਪਹਿਨੀ ਹੋਈ ਆ। ਕਿਰਪਾਨ। ਫਿਰ ਕਛਹਿਰਾ। ਕਛਹਿਰਾ ਕਿਸੇ ਵੀ ਕੱਪੜੇ ਦਾ ਹੋ ਸਕਦਾ, ਪਰ ਗੋਡਿਆਂ ਤੋਂ ਨੀਵਾਂ ਨਾ ਹੋਵੇ। ਇਹ ਯਾਦ ਰੱਖਣਾ ਕਿ ਕਛਹਿਰਾ ਜਿਹੜਾ ਪਹਿਨਣਾ ਹੈ 2 ਕਛਹਿਰੇ ਹੋਣੇ ਚਾਹੀਦੇ ਆ, ਤੇ ਇਸ਼ਨਾਨ ਕਰਕੇ ਦੂਸਰਾ ਪਹਿਨ ਲਿਆ ਜਾਵੇ। ਤੇ ਇਹਦੀ ਜਿਹੜੀ ਲੰਬਾਈ ਹੈ ਨਾ ਉਹ ਗੋਡਿਆਂ ਤੋਂ ਨੀਵਾਂ ਨਹੀਂ ਹੋਣਾ ਚਾਹੀਦਾ, ਗੋਡਿਆਂ ਤੋਂ ਉੱਪਰ ਹੋਣਾ ਚਾਹੀਦਾ। ਕਿਸੇ ਵੀ ਤਰ੍ਹਾਂ ਦੇ ਕੱਪੜੇ ਦਾ ਹੋਵੇ, ਇਹਦੇ ਵਿੱਚ ਕੋਈ ਮੈਂਸ਼ਨ ਨਹੀਂ ਹੈ ਕਿ ਸਪੈਸ਼ਲ ਕਿਸੇ ਖਾਸ ਕੱਪੜੇ ਦਾ ਹੀ ਹੋਣਾ ਚਾਹੀਦਾ, ਕਿਸੇ ਵੀ ਕੱਪੜੇ ਦਾ ਹੋ ਸਕਦਾ। ਫਿਰ ਕੰਘਾ ਜਿਹੜਾ ਹੈ, ਕੰਘਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬੰਨ੍ਹਈ। ਕੰਘਾ ਜਿਹੜਾ ਹੈ ਉਹ ਸਿਰ ਦੇ ਵਿੱਚ ਰੱਖਣਾ ਸਿੱਖ ਲਈ ਜ਼ਰੂਰੀ ਹੈ। ਫਿਰ ਕੜਾ। ਕੜਾ ਹੱਥ ਦੇ ਵਿੱਚ ਪਹਿਨ ਕੇ ਰੱਖਣਾ, ਤੇ ਇਹ ਕੜਾ ਜਿਹੜਾ ਹੈ ਇਹ ਸਰਬਲੋਹ ਦਾ ਹੋਣਾ ਚਾਹੀਦਾ ਹੈ। ਇਹ ਲਿਖਿਆ ਗਿਆ ਸਰਬਲੋਹ ਦਾ। ਅੱਜ ਕੱਲ੍ਹ ਜਿਵੇਂ ਧਾਰੀ ਵਾਲੇ ਵਿੱਚ ਸਿਲਵਰ ਦੀ ਧਾਰੀ, ਪਿੱਤਲ ਜਿਹੀ ਦੀ ਧਾਰੀ ਆ ਜਾਂਦੀ ਹੈ ਨਾ, ਉਸ ਤਰ੍ਹਾਂ ਦੇ ਕੜੇ ਪਹਿਨਣੇ ਸ਼ੁਰੂ ਕਰ ਦਿੱਤੇ, ਤੇ ਉਹ ਜਿਹੜੇ ਨਹੀਂ ਪਹਿਨਣੇ। ਸਰਬਲੋਹ ਦਾ ਕੜਾ ਹੋਣਾ ਚਾਹੀਦਾ ਹੈ। ਤੇ ਠੀਕ ਹੈ, ਉਹਦੇ ਤੇ ਝਾਲ ਭਾਵੇਂ ਤੁਸੀਂ ਦੂਸਰੀ ਮਰਵਾ ਸਕਦੇ ਹੋ, ਸਟੀਲ ਦੀ ਝਾਲ ਫਿਰ ਜਾਂਦੀ ਹੈ ਤਾਂ ਕਿ ਕੱਪੜੇ ਨਾ ਖਰਾਬ ਹੋਣ। ਤੇ ਜੇ ਹੋ ਸਕੇ ਤਾਂ ਤੁਸੀਂ ਪਹਿਲੀ ਗੱਲ ਸਰਬਲੋਹ ਦਾ ਹੀ ਹੋਵੇ, ਤੇ ਜੇ ਨਹੀਂ ਤੇ ਉਹਦੇ ਤੇ ਤੁਸੀਂ ਝਾਲ ਮਰਵਾ ਸਕਦੇ ਹੋ ਸਟੀਲ ਦੀ। ਪਰ ਇਹ ਨਾ ਹੋਵੇ ਕਿ ਉਹਦੇ ਤੇ ਜਿਵੇਂ ਉਹ ਬਣੀ ਹੁੰਦੀ ਆ ਨਾ, ਅੱਜ ਕੱਲ੍ਹ ਆ ਗਏ ਉਹਦੇ ਤੇ ਪਿੱਤਲ ਜੀ ਦਾ ਬਣਾਇਆ ਹੁੰਦਾ ਨਿਸ਼ਾਨ ਜਿਹਾ, ਜਾਂ ਕੱਟ ਵਾਲੇ ਕੜੇ ਆ ਗਏ, ਉਸ ਤਰ੍ਹਾਂ ਦਾ ਕੜਾ ਨਹੀਂ। ਇਹ ਜੇ ਮਤਲਬ ਇੱਕ ਸਿੰਪਲ ਕੜਾ ਜਿਹੜਾ ਹੋਣਾ ਚਾਹੀਦਾ। ਇਹ ਚੀਜ਼ਾਂ ਸਾਨੂੰ ਜਿਹੜਾ ਹੈ ਹਰ ਚੀਜ਼ ਸਾਨੂੰ ਇਹ ਯਾਦ ਕਰਾਉਂਦੀ ਹੈ ਕਿ ਤੁਸੀਂ ਕੇਸ ਯਾਦ ਕਰਾਉਂਦੇ ਕਿ ਕੇਸ ਗੁਰੂ ਦੇ ਹਨ, ਇਹਨਾਂ ਦੀ ਸਾਂਭ ਸੰਭਾਲ ਜ਼ਰੂਰੀ ਹੈ। ਤੇਰਾ ਜਿਹੜਾ ਚਿਹਰਾ ਹੈ ਗੁਰੂ ਗੋਬਿੰਦ ਸਿੰਘ ਜੀ ਨਾਲ ਰਲਦਾ ਹੈ, ਤੇ ਜੇ ਤੇਰਾ ਚਿਹਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਰਲਦਾ ਤੇ ਤੂੰ ਇਹ ਯਾਦ ਰੱਖ ਕਿ ਤੂੰ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੈ। ਇਸ ਕਰਕੇ ਕੇਸਾਂ ਦੀ ਬੇਅਦਬੀ ਨਾ ਕਰੀ। ਕੇਸ ਸਾਨੂੰ ਆਪਣੇ ਗੁਰੂਆਂ ਨਾਲ ਮਿਲਦੇ ਆ। ਫਿਰ ਉਸ ਤੋਂ ਬਾਅਦ ਕਿਰਪਾਨ ਜਿਹੜੀ ਹੈ, ਕਿਰਪਾਨ ਸਾਨੂੰ ਮਜਲੂਮਾਂ ਦੀ ਰੱਖਿਆ ਵਾਸਤੇ ਤੇ ਆਪਣੀ ਆਤਮ ਰੱਖਿਆ ਵਾਸਤੇ ਜਿਹੜੀ ਹੈ ਉਹ ਧਿਆਨ ਦਿਵਾਉਂਦੀ ਹੈ ਕਿ ਭਾਈ ਤੂੰ ਕੋਈ ਹੀਣ ਭਾਵਨਾ ਵਾਲਾ ਨਹੀਂ ਹੈ। ਕਿਰਪਾਨ ਇਹ ਵੀ ਦੱਸਦੀ ਹੈ ਕਿ ਜਿੱਥੇ ਤੂੰ ਬਾਣੀ ਪੜ੍ਹਦਾ, ਸਿਮਰਨ ਕਰਦਾ, ਉੱਥੇ ਹੀ ਤੂੰ ਇੱਕ ਸਿਪਾਹੀ ਵੀ ਹੈ। ਇਹ ਗੱਲ ਯਾਦ ਰੱਖੀ, ਇਹ ਨਾ ਹੋਵੇ ਭੁੱਲ ਜਾਈ ਕਿ ਮੈਂ ਬਸ ਇੱਕ ਜਿਹੜਾ ਆ ਸਾਧੂ ਹੀ ਬਣ ਕੇ ਰਹਿਣਾ ਹੈ, ਕਿਉਂਕਿ ਜਿਹੜਾ ਖਾਲਸਾ ਹੈ ਸੰਤ ਵੀ ਹੈ ਤੇ ਸਿਪਾਹੀ ਵੀ ਹੈ। ਸਿਰਫ ਸਿਪਾਹੀ ਨਹੀਂ ਬਣ ਕੇ ਸੰਤ ਹੀ ਨਹੀਂ ਬਣ ਕੇ ਰਹਿਣਾ, ਤੂੰ ਸਿਪਾਹੀ ਵੀ ਹੈ। ਇਸ ਕਰਕੇ ਕਿਰਪਾਨ ਤੈਨੂੰ ਯਾਦ ਦਿਵਾਉਂਦੀ ਹੈ ਕਿ ਭਾਈ ਤੂੰ ਮਜਲੂਮਾਂ ਵਾਸਤੇ ਖੜਨਾ ਵੀ ਹੈ, ਤੇ ਜਿੱਥੇ ਤੂੰ ਬਾਹਰ ਵੀ ਜੰਗ ਕਰਨੀ ਹੈ ਤੇ ਆਪਣੇ ਹਿਰਦੇ ਦੇ ਅੰਦਰ ਵੀ ਜੰਗ ਕਰਨੀ ਵਿਕਾਰਾਂ ਦੇ ਨਾਲ। ਅੰਦਰਲੀ ਜਿਹੜੀ ਨਾਮ ਰੂਪੀ ਖੜਗ ਲੈ ਕੇ, ਸ਼ਬਦ ਰੂਪੀ ਖੜਗ ਲੈ ਕੇ ਤੂੰ ਅੰਦਰੋਂ ਵਿਕਾਰ ਵੀ ਮਾਰਨੇ ਆ,
ਤੇ ਬਾਹਰਲੀ ਕਿਰਪਾਨ ਤੈਨੂੰ ਤਾਂ ਪਹਿਨਾਈ ਗਈ ਆ ਕਿ ਤੂੰ ਮਜਲੂਮਾਂ ਦੀ ਰੱਖਿਆ ਕਰਨੀ ਆ, ਤੇ ਜਿਹੜੇ ਚੜ ਕੇ ਆਉਂਦੇ ਜਰਵਾਣੇ ਉਹਨਾਂ ਦਾ ਤੂੰ ਨਾਸ਼ ਵੀ ਕਰਨਾ, ਉਹਨਾਂ ਨਾਲ ਹਿੱਕ ਕਟਾ ਕੇ ਖੜਨਾ, ਭਾਵ ਆਪਣੇ ਹੱਕਾਂ ਦੀ ਖਾਤਰ ਤੂੰ ਖਲੋਣਾ ਵੀ ਆ। ਇਹ ਕਿਰਪਾਨ ਸਾਨੂੰ ਇਹ ਸਿੱਖਿਆ ਦਿੰਦੀ ਆ। ਫਿਰ ਉਸ ਤੋਂ ਬਾਅਦ ਇੱਕ ਸ਼ਹਿਰਾ ਜਿਹੜਾ ਹੈ ਉਹ ਸਾਨੂੰ ਸਿੱਖਿਆ ਦਿੰਦਾ ਹੈ ਕਿ ਭਾਈ ਤੂੰ ਜੱਤ ਸੱਤ ਦਾ ਜਿਹੜਾ ਧਾਰਨੀ ਹੋਣਾ ਹੈ, ਤੂੰ ਪੰਜਾਂ ਵਿਕਾਰਾਂ ਨੂੰ ਆਪਣੇ ਕਾਬੂ 'ਚ ਰੱਖਣਾ ਹੈ, ਜੱਤ ਸੱਤ ਦਾ ਧਾਰਨੀ ਹੋਣਾ ਹੈ, ਆਪਣਾ ਜੀਵਨ ਜਿਹੜਾ ਹੈ ਗੁਰੂ ਆਛੇ ਅਨੁਸਾਰ ਜਿਹੜਾ ਬਿਤਾਉਣਾ ਹੈ। ਇੱਕ ਸ਼ਹਿਰਾ ਸਾਨੂੰ ਸਿੱਖਿਆ ਦਿੰਦਾ ਹੈ। ਤੇ ਕੰਘਾ ਜਿਹੜਾ ਹੈ ਉਹ ਕੰਘਾ ਸਾਨੂੰ ਇਹ ਸਿੱਖਿਆ ਦਿੰਦਾ ਕਿ ਭਾਈ ਜਿਵੇਂ ਕੰਘਾ 2 ਟਾਈਮ ਕਰਦੇ ਆ ਆਪਾਂ, ਕੇਸ ਜਿਹੜੇ ਆ ਜਿਹੜੇ ਕੇਸ ਹੋ ਜਾਂਦੇ ਆ ਨਾ, ਆਪਾਂ ਕਹਿੰਦੇ ਆ ਜਿਹੜੇ ਕੇਸ ਆਪਣੇ ਮਿਰਦ ਹੋ ਜਾਂਦੇ ਆ, ਉਹਨਾਂ ਕੇਸਾਂ ਨੂੰ ਜਿਹੜਾ ਇਹ ਕੰਘਾ ਕੱਢ ਕੇ ਬਾਹਰ ਰੱਖ ਦਿੰਦਾ ਹੈ, ਉਹਨਾਂ ਸਾਰਿਆਂ ਕੇਸਾਂ ਨੂੰ ਜਿਹੜਾ ਬਾਹਰ ਕੱਢ ਦਿੰਦਾ ਹੈ। ਤੇ ਇਸੇ ਤਰ੍ਹਾਂ ਇਹ ਜਿਹੜਾ ਸਾਨੂੰ ਇਹ ਪ੍ਰਤੀਕ ਦੱਸਦਾ ਕਿ ਭਾਈ ਇਸੇ ਤਰ੍ਹਾਂ ਤੂੰ ਆਪਣੇ ਮਨ ਦੇ ਵਿੱਚੋਂ, ਠੀਕ ਹੈ ਜੀ, ਸਵਾਲ ਆਇਆ ਕਿ ਵੀਰ ਜੀ ਜੱਤ ਸੱਤ ਨੂੰ ਡਿਟੇਲ ਨਾਲ ਹੋਰ ਜਿਹੜਾ ਆ ਉਹਨੂੰ ਦੱਸਣਾ ਕਰੋ, ਮੇਰੇ ਖਿਆਲ ਨਾਲ। ਹਾਂਜੀ, ਜੱਤ ਹੁੰਦਾ ਹੈ ਜੀ, ਜੱਤ ਕਮਾਉਣਾ, ਭਾਵ ਆਪਣੇ ਮਨ ਦੇ ਵਿੱਚ ਵਿਕਾਰ ਨਾ ਲੈ ਕੇ ਆਉਣੇ, ਇਹਨੂੰ ਜੱਤ ਕਹਿੰਦੇ ਆ। ਜੱਤ ਜਿਹੜਾ ਜਿਵੇਂ ਆਪਾਂ ਉਸ ਦਿਨ ਪੜ੍ਹਿਆ ਸੀ, ਜੱਤ ਪਹਾੜਾ, ਸਤਿਗੁਰਾਂ ਨੇ ਕਿਹਾ ਸੀ ਕਿ ਆਪਣੇ ਆਪਣੇ ਸਮੁੱਚੇ ਜਿੰਨੇ ਵੀ ਤੇਰੇ ਇੰਦਰੀ ਆ, ਉਹਨਾਂ ਇੰਦਰੀਆਂ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਜਾਣ ਤੋਂ ਰੋਕਣਾ ਜੱਤ ਹੈ। ਆਪਣੇ ਮਨ ਦੇ ਜਿਹੜੇ ਵਿਕਾਰ ਹਨ ਉਹਨਾਂ ਨਾਲ ਲੜਨਾ, ਆਪਣੇ ਇੰਦਰੀਆਂ ਨੂੰ, 5 ਇੰਦਰੀ ਜਿਹੜੇ ਆ ਉਹਨਾਂ ਨੂੰ ਵਿਕਾਰਾਂ ਵੱਲ ਜਾਣ ਤੋਂ ਰੋਕਣਾ ਜਿਹੜਾ ਹੈ ਉਹ ਜੱਤ ਹੈ। ਇਹਨੂੰ ਕਹਿੰਦੇ ਜੱਤ। ਸੱਤ ਜਿਹੜਾ ਹੁੰਦਾ ਹੈ, ਸੱਤ ਦਾ ਅਰਥ ਕੋਈ ਦਾਨ ਵੀ ਕਰਦੇ ਆ, ਕਿ ਆਪਣੇ ਮਨ ਨੂੰ ਇਸੇ ਖਿਆਲ 'ਚ ਰੱਖਣਾ ਕਿ ਉਸ ਅਕਾਲ ਪੁਰਖ ਨੇ ਤੈਨੂੰ ਬੜਾ ਕੁਝ ਦਿੱਤਾ ਹੈ ਤੇ ਉਹਦੇ ਧਿਆਨ 'ਚ ਰਹਿਣਾ, ਸੱਤ ਦੇ ਵਿੱਚ ਰਹਿਣਾ, ਜੱਤ ਸੱਤ ਕਮਾਉਣਾ, ਮਤਲਬ ਸਤੀ ਹੋ ਗਏ, ਮਤਲਬ ਆਪਣੇ ਆਪ ਨੂੰ ਸੱਤ ਦੇ ਵਿੱਚ ਪਰਪੱਖ ਰੱਖਣਾ ਕਿ ਉਹ ਅਕਾਲ ਪੁਰਖ ਸੱਤ ਹੈ ਤੇ ਮੈਂ ਉਹਦੀ ਸ਼ਰਨ ਵਿੱਚ ਹਾਂ, ਇਹਨੂੰ ਸੱਤ ਕਹਿੰਦੇ ਆ। ਜੱਤ ਹੁੰਦਾ ਹੈ ਕਿ ਆਪਣੇ ਜਿੰਨੇ ਵੀ, ਜੇ ਅੱਖਾਂ ਹਨ ਉਹ ਪਰਾਇਆ ਰੂਪ ਨਾ ਦੇਖਣ, ਕੰਨ ਹਨ ਪਰਾਈ ਨਿੰਦਿਆ ਨਾ ਸੁਣ, ਜੀਭ ਹੈ ਕਿਸੇ ਦੀ ਨਿੰਦਿਆ ਨਾ ਕਰੇ, ਹਨਾ। ਇਹ ਜਿਹੜਾ ਹੈ ਇਹ ਆਪਣੇ ਇੰਦਰੀਆਂ ਨੂੰ, ਸਰੀਰ ਜਿਹੜਾ ਚਮੜੀ ਉਹ ਸਪਰਸ਼ ਤੋਂ ਰੋਕੇ, ਇਸ ਤਰ੍ਹਾਂ ਆਪਣੇ ਸਰੀਰ ਨੂੰ ਇਹਨਾਂ 5 ਵਿਕਾਰਾਂ ਵੱਲੋਂ ਰੋਕ ਕੇ ਰੱਖਣਾ, ਇਹਨੂੰ ਕਿਹਾ ਜਾਂਦਾ ਹੈ ਜੱਤ ਸੱਤ। ਤੇ ਉਸ ਤੋਂ ਬਾਅਦ ਅੱਗੇ ਹੈ ਜੀ ਕੰਘਾ। ਜਿਵੇਂ ਆਪਣੇ ਜਿਹੜੇ ਕੇਸ ਹੋ ਜਾਂਦੇ ਆ, ਜਿਹੜੇ ਟੁੱਟ ਜਾਂਦੇ ਆ, ਉਹਨਾਂ ਨੂੰ ਕੇਸਾਂ ਨੂੰ ਕੰਘਾ ਬਾਹਰ ਕੱਢਦਾ ਹੈ। ਇਸੇ ਤਰ੍ਹਾਂ ਹੀ ਆਪਣੇ ਮਨ ਦੇ ਵਿੱਚੋਂ ਜਿਹੜੇ ਵਿਕਾਰ ਹੈ ਉਹਨਾਂ ਨੂੰ ਬਾਹਰ ਕੱਢਣਾ ਹੈ, ਚੁਣ ਚੁਣ ਕੇ ਬਾਹਰ ਕੱਢਣਾ ਹੈ। ਇਹ ਕੰਘਾ ਸਾਨੂੰ ਇਸ ਗੱਲ ਦਾ ਪ੍ਰਤੀਕ ਦਿਵਾਉਂਦਾ ਹੈ। ਉਹਦੇ ਨਾਲ ਹੀ ਜਿਹੜਾ ਕੜਾ ਹੈ, ਕੜਾ ਸਾਨੂੰ ਕਹਿੰਦਾ ਕਿ ਭਾਈ ਤੇਰੇ ਹੱਥ ਜਿਹੜੇ ਗੁਰੂ ਦੇ ਹਨ, ਇਹਨਾਂ ਦੇ ਨਾਲ ਕਿਰਤ ਕਰਨੀ ਹੈ, ਕਿਸੇ ਦਾ ਮਾੜਾ ਨਹੀਂ ਕਰਨਾ, ਕਿਸੇ ਦਾ ਹੱਕ ਨਹੀਂ ਖੋਣਾ, ਇਹ ਤੈਨੂੰ ਗੁਰੂ ਦੇ ਦਿੱਤੇ ਹੋਏ ਆ, ਇਹਨਾਂ ਨੂੰ ਗੁਰੂ ਦੇ ਲੇਖੇ ਲਾਉਣਾ, ਇਸ ਕਰਕੇ ਇਹਨਾਂ ਦੇ ਨਾਲ ਕਿਰਤ ਕਮਾਈ ਕਰਨੀ ਆ, ਨਾ ਕਿ ਵਿਕਾਰ ਕਮਾਉਣੇ ਆ। ਇਸ ਕਰਕੇ ਇਹ ਜਿਹੜੇ ਆ 5 ਕਕਾਰ ਸਾਨੂੰ ਇਹ ਸਿੱਖਿਆ ਦਿੰਦੇ ਆ। ਹਾਲਾਂਕਿ ਇੱਥੇ ਦੱਸਣ ਲਈ ਬੜਾ ਕੁਝ ਹੈ ਕਿ ਸਾਇੰਸ ਅਨੁਸਾਰ ਕੀ ਹੈ ਤੇ ਜਾਂ ਧਾਰਮਿਕ ਅਨੁਸਾਰ ਬੜੀ ਵੱਡੀ ਵਿਆਖਿਆ ਹੈ। ਆਪ ਜੀ 5 ਕਕਾਰਾਂ ਉੱਤੇ ਕਈ ਕਿਤਾਬਾਂ ਪੜ੍ਹ ਸਕਦੇ ਹੋ, ਪਰ ਮੈਨੂੰ ਇੱਕ ਪੂਰਨ ਸਿੰਘ ਜੀ ਦੀ ਗੱਲ ਯਾਦ ਆ ਗਈ, ਪ੍ਰੋਫੈਸਰ ਪੂਰਨ ਸਿੰਘ ਜੀ ਦੀ, ਬੜੀ ਸੁੰਦਰ। ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਇਹ 5 ਕਕਾਰ ਕਿਉਂ ਧਾਰਨ ਕਰਦੇ ਹੋ, ਤੇ ਉਹਨਾਂ ਨੇ ਇੱਕੋ ਹੀ ਗੱਲ ਦੇ ਵਿੱਚ ਜਿਹੜੀ ਆ ਨਾ, ਇੱਕੋ ਹੀ ਸ਼ਬਦ ਦੇ ਵਿੱਚ ਸਾਰੀ ਗੱਲ ਨਿਬੇੜ ਦਿੱਤੀ। ਉਹਨਾਂ ਕਿਹਾ, ਕਹਿੰਦੇ ਕਿ ਇਹ ਮੇਰੇ ਗੁਰੂ ਦਾ ਹੁਕਮ ਹੈ ਤੇ ਮੈਂ ਤਾਂ ਧਾਰਨ ਕੀਤੇ ਹਨ। ਤੇ ਜਿਹੜਾ ਸਵਾਲ ਕਰਨ ਵਾਲਾ ਸੀ ਉਹਨੇ ਪੁੱਛ ਲਿਆ ਕਿ ਤੁਸੀਂ ਇਹਦਾ ਡਿਫਾਈਨ ਵੀ ਕਰ ਸਕਦੇ ਜੇ, ਖੋਲ ਕੇ ਵੀ ਦੱਸ ਸਕਦੇ। ਕਹਿੰਦੇ, ਉਹਨਾਂ ਨੇ ਅੱਗੇ ਉਦਾਹਰਨ ਬੜੀ ਸੁੰਦਰ ਦਿੱਤੀ ਪ੍ਰੋਫੈਸਰ ਪੂਰਨ ਸਿੰਘ ਨੇ। ਉਹ ਕਹਿੰਦੇ ਕਦੇ ਕਿਸੇ ਜਿਹੜੀ ਸੁਹਾਗਣ ਹੁੰਦੀ ਆ ਔਰਤ, ਜਿਹਦਾ ਨਵਾਂ ਵਿਆਹ ਹੋਇਆ ਹੋਵੇ, ਕਦੀ ਕਿਸੇ ਸੁਹਾਗਣ ਔਰਤ ਨੂੰ ਕਿਸੇ ਨੇ ਪੁੱਛਿਆ ਕਿ ਭਾਈ ਤੇਰੇ ਆ ਚੂੜੇ ਦਾ ਕੀ ਅਰਥ ਆ, ਤੇਰੇ ਮੰਗ ਦੇ ਵਿੱਚ ਸੰਧੂਰ ਆ, ਇਹਦਾ ਕੀ ਅਰਥ ਹੈ, ਤੇ ਤੂੰ ਜਿਹੜਾ ਆ ਗਹਿਣੇ ਗੱਟੇ ਪਾਏ ਆ ਇਹਦਾ ਕੀ ਅਰਥ ਹੈ? ਕਦੀ ਕਿਸੇ ਉਸ ਸੁਹਾਗਣ ਨੂੰ ਪੁੱਛਿਆ? ਉਹ ਕਹਿੰਦਾ ਨਹੀਂ ਪੁੱਛਿਆ। ਕਹਿੰਦਾ ਬਸ ਫਿਰ ਇਹ ਤੂੰ ਵੇਖ ਲਿਆ ਨਾ ਕਿ ਮੈਂ ਧਾਰਨ ਕੀਤੇ ਆ, ਤੇ ਤੈਨੂੰ ਪਤਾ ਲੱਗ ਗਿਆ ਮੈਂ ਗੁਰੂ ਦਾ ਸਿੱਖ ਆ, ਤੇ ਇੰਨਾ ਹੀ ਬਹੁਤ ਹੈ। ਕਹਿਣ ਤੋਂ ਭਾਵ ਕਿ ਬੜਾ ਕੁਝ ਦੱਸਿਆ ਜਾ ਸਕਦਾ ਕਿ ਮਤਲਬ ਸਾਇੰਸ ਦੇ ਅਨੁਸਾਰ ਕੀ ਹੈ, ਬੜੀਆਂ ਕਿਤਾਬਾਂ ਇਹਨਾਂ ਦੇ ਉੱਤੇ ਲਿਖੀਆਂ ਗਈਆਂ, ਪਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਇਹ ਸਾਡੇ ਗੁਰੂ ਦਾ ਹੁਕਮ ਹੈ, ਤੇ ਅਸੀਂ ਤਾਂ ਕਰਕੇ ਇਹ 5 ਕਕਾਰ ਜਿਹੜੇ ਆ ਉਹ ਪਹਿਨੇ ਹੋਏ ਆ। ਇੱਥੇ ਗੱਲ ਮੁੱਕ ਜਾਂਦੀ ਹੈ।
ਜਦੋਂ ਗੁਰੂ ਦਾ ਹੁਕਮ ਆ ਗਿਆ ਤੇ ਫਿਰ ਪਿੱਛੇ ਗੱਲ ਹੀ ਕੋਈ ਨਹੀਂ ਰਹਿ ਜਾਂਦੀ, ਕਿਉਂ ਪਾਏ ਆ, ਕੀ ਕਰਨ ਪਾਏ ਆ, ਸਵਾਲ ਹੀ ਖਤਮ ਹੋ ਗਿਆ। ਜਦੋਂ ਗੁਰੂ ਨੇ ਹੁਕਮ ਕਰ ਦਿੱਤਾ ਤੇ ਉਹਦੇ ਅੱਗੇ ਸਾਨੂੰ ਸਿਰ ਝੁਕਾ ਲੈਣਾ ਚਾਹੀਦਾ, ਬਗੈਰ ਇਹਨਾਂ ਬਹਿਸਾਂ 'ਚ ਪੈਣ ਲਈ ਕਿ ਅੱਜ ਕਿਰਪਾਨ ਦੀ ਕੀ ਲੋੜ ਹੈ, ਅੱਜ ਇਸ ਚੀਜ਼ ਦੀ ਕਿਉਂ ਲੋੜ ਹੈ, ਹਨਾ। ਇਹਨਾਂ ਸਵਾਲਾਂ 'ਚ ਪੈਣ ਨਾਲੋਂ ਚੰਗਾ ਹੈ ਕਿ ਕਹਿ ਦੋ ਕਿ ਭਾਈ ਗੁਰੂ ਮੇਰੇ ਦਾ ਹੁਕਮ ਹੈ ਤੇ ਤਾਂ ਕਰਕੇ ਮੈਂ ਪਹਿਨੇ ਹੋਏ ਆ, ਤੇ ਗੱਲ ਖਤਮ ਹੋ ਜਾਂਦੀ ਹੈ। ਇਸ ਕਰਕੇ ਇਹ ਜਿਹੜੇ 5 ਕਕਾਰ ਹੈ ਇਹਨਾਂ ਨੂੰ ਸਦਾ ਹੀ ਅੰਗ ਸੰਗ ਰੱਖਣਾ ਹੈ। ਹੁਣ ਅੱਗੇ ਆ ਜਾਓ, ਜਿਹੜੀਆਂ 4 ਕੁਰੈਤਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਇਹ 4 ਕੁਰੈਤਾਂ ਨਹੀਂ ਕਰਨੀਆਂ। ਪਹਿਲੀ ਕਿਹੜੀ ਹੈ? ਕੇਸਾਂ ਦੀ ਬੇਅਦਬੀ। ਸਿੱਖ ਨੇ ਕੇਸਾਂ ਦੀ ਬੇਅਦਬੀ ਜਿਹੜੀ ਹੈ ਨਾ ਉਹ ਨਹੀਂ ਕਰਨੀ। ਇਹ ਉਹਨੇ ਆਪਣੇ ਮਨ 'ਚ ਵਸਾਉਣਾ ਕਿ ਕੇਸ ਗੁਰੂ ਦੀ ਮੋਹਰ ਹਨ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਣ ਦੀ ਗੱਲ ਜਿਹੜੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਸਾਡੇ ਜਿਹੜੇ ਆ ਸਿੱਖੀ ਉਹ ਕੇਸਾਂ ਸਵਾਸਾਂ ਦੇ ਨਾਲ ਨਿਭੇ। ਇਸ ਤਰ੍ਹਾਂ ਜਿਹੜਾ ਹੈ ਇਹ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਹੈ। ਤੇ ਸਤਿਗੁਰਾਂ ਨੇ ਦੇਖੋ ਕੇਸਗੜ੍ਹ ਨਾਮ ਦਾ ਕਿਲ੍ਹਾ ਵੀ ਕੇਸਾਂ ਦੇ ਉੱਤੇ ਰੱਖ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਆਪਣਾ ਸਰੂਪ ਦਿੱਤਾ ਹੈ, ਨਹੀਂ ਤੇ ਕੋਈ ਵੀ ਪੈਗੰਬਰ ਕਿਸੇ ਨੂੰ ਆਪਣਾ ਸਰੂਪ ਨਹੀਂ ਦੇ ਕੇ ਗਿਆ ਸੰਸਾਰ ਦੇ ਉੱਤੇ। ਤੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿੰਨਾ ਪਰਉਪਕਾਰ ਦਿੱਤਾ ਤੇ ਸਾਨੂੰ ਆਪਣਾ ਸਰੂਪ ਹੀ ਦੇ ਦਿੱਤਾ ਸਤਿਗੁਰਾਂ ਨੇ। ਜਿਸ ਤਰ੍ਹਾਂ ਦਾ ਸਤਿਗੁਰਾਂ ਦਾ ਆਪਣਾ ਸਰੂਪ ਸੀ ਨਾ, ਉਸੇ ਤਰ੍ਹਾਂ ਦਾ ਹੀ ਸਾਨੂੰ ਬਣਾਤਾ। ਨਹੀਂ ਤੇ ਬਾਈਬਲ ਇਹ ਗੱਲ ਕਹਿੰਦੀ ਹੈ ਕਿ ਪ੍ਰਮਾਤਮਾ ਨੇ ਮਨੁੱਖ ਨੂੰ ਆਪਣੇ ਵਰਗਾ ਬਣਾਇਆ 7ਵੇਂ ਦਿਨ। ਉਹਨਾਂ ਦੇ ਓਲਡ ਟੈਸਟਾਮੈਂਟ 'ਚ ਆਪ ਪੜ੍ਹ ਸਕਦੇ ਹੋ, ਪਹਿਲੇ ਅਧਿਆਏ ਦੇ ਵਿੱਚ 13 ਦੇ ਵਿੱਚ ਉਹ ਕਹਿੰਦੇ ਕਿ ਪਰਮਾਤਮਾ ਨੇ 6 ਦਿਨਾਂ 'ਚ ਪ੍ਰਿਥਵੀ ਬਣਾਈ, 5 ਦਿਨਾਂ 'ਚ ਪ੍ਰਿਥਵੀ ਬਣਾਈ ਤੇ 6ਵੇਂ ਦਿਨ ਉਹਨੇ ਮਨੁੱਖ ਨੂੰ ਬਣਾਇਆ ਤੇ 7ਵੇਂ ਦਿਨ ਆਰਾਮ ਕੀਤਾ। ਤੇ 6ਵੇਂ ਦਿਨ ਜਦੋਂ ਉਹਨੇ ਮਨੁੱਖ ਨੂੰ ਬਣਾਇਆ ਤੇ ਉਹਨੇ ਆਪਣੇ ਵਰਗਾ ਬਣਾਇਆ। ਤੇ ਜੇ ਕਹੀਏ ਈਸਾਈਆਂ ਨੂੰ ਕਿ ਭਾਈ ਜੇ ਪਰਮਾਤਮਾ ਨੇ ਤੁਹਾਨੂੰ ਆਪਣੇ ਵਰਗਾ ਬਣਾਇਆ ਤੇ ਫਿਰ ਤੁਸੀਂ ਕੇਸ ਜਿਹੜੇ ਕਿਉਂ ਕਤਲ ਕਰਾਉਂਦੇ? ਜਾਂ ਤੇ ਤੁਸੀਂ ਕਹੋ ਕਿ ਪਰਮਾਤਮਾ ਵੀ ਜਿਹੜਾ ਹੈ ਉਹ ਕੇਸਾਧਾਰੀ ਨਹੀਂ ਹੈ। ਜੇ ਉਹ ਕੇਸਾਧਾਰੀ ਨਹੀਂ ਹੈ ਤੇ ਫਿਰ ਉਹ ਮਨੁੱਖ ਦੇ ਕੇਸ ਕਿਉਂ ਪੈਦਾ ਕਰਕੇ ਭੇਜਦਾ ਉਹਨੂੰ, ਹਨਾ? ਇਹ ਵੀ ਸਵਾਲ ਪੈਦਾ ਹੁੰਦਾ ਤੇ ਉਹਨਾਂ ਕੋਲ ਜਵਾਬ ਨਹੀਂ ਇਸ ਗੱਲ ਦਾ ਹੋਏਗਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੇ ਸਾਨੂੰ ਆਪਣੇ ਵਰਗਾ ਹੀ ਸਰੂਪ ਦਿੱਤਾ ਹੈ। ਇਸ ਕਰਕੇ ਕੇਸਾਂ ਦੀ ਬੇਅਦਬੀ ਸਿੱਖ ਲਈ ਜਿਹੜੀ ਹੈ ਨਾ ਕੁਰੈਤ ਮੰਨੀ ਗਈ ਹੈ। ਕੁਰੈਤ ਕਹਿੰਦੇ ਆ ਉਸ ਚੀਜ਼, ਇੱਕ ਰਹਿਤ ਆ ਇੱਕ ਕੁਰੈਤ, ਤੇ ਜਿਹੜੇ ਕੇਸ ਆ ਰਹਿਤ ਵਿੱਚ ਵੀ ਆਏ ਆ ਤੇ ਹੁਣ ਕੁਰੈਤ ਵਿੱਚ ਵੀ ਆਏ ਆ। ਰਹਿਤ ਰੱਖਣੀ ਕੇਸਾਂ ਦੀ ਤੇ ਕੁਰੈਤ ਕਰਨੀ ਜਿਹੜੀ ਹੈ ਉਹ ਵੀ ਬੇਅਦਬੀ ਕਰਨੀ ਵੀ ਕੁਰੈਤ ਹੈ। ਕੁਰੈਤ ਤੋਂ ਭਾਵ ਜਿਹੜਾ ਸਿੱਖ ਨੂੰ ਦੁਬਾਰਾ ਅੰਮ੍ਰਿਤ ਛਕਣਾ ਪੈਂਦਾ ਜਿਹੜਾ ਇਹ ਕੁਰੈਤ ਕਰ ਲਵੇ। ਇਹ 4 ਬੱਜਰ ਕੁਰੈਤਾਂ ਕਰ ਲਵੇ। ਸਭ ਤੋਂ ਪਹਿਲੀ ਹੈ ਕੇਸਾਂ ਦੀ ਬੇਅਦਬੀ। ਦੂਸਰਾ ਨੰਬਰ ਜਿਹੜਾ ਹੈ ਕੁੱਠਾ ਖਾਣਾ। ਕੁੱਠਾ ਤੋਂ ਭਾਵ ਉਹ ਮਾਸ ਜੋ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੋਵੇ। ਹੁਣ ਇਹਦੇ ਉੱਤੇ ਜਿਹੜਾ ਹੈ ਪੰਥ ਨੇ ਬੜਾ ਵੱਡਾ ਵਿਵਾਦ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਵਾਦ ਠੀਕ ਹੋਏਗਾ, ਗੁਰੂ ਸਾਹਿਬ ਕਿਰਪਾ ਕਰਨ। ਪਰ ਇਹਦੇ ਤੇ ਮੈਂ ਥੋੜਾ ਜਿਹਾ ਸਪਸ਼ਟੀਕਰਨ ਦੇ ਕੇ ਅੱਗੇ ਜਾਵਾਂ ਕਿ ਕੁੱਠਾ ਖਾਣਾ ਜਿਹੜਾ ਹੈ ਮੁਸਲਮਾਨੀ ਤਰੀਕੇ ਨਾਲ ਕਿਵੇਂ ਸੀ। ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਵਿੱਚ ਇਹ ਗੱਲ ਸੀ ਕਿ ਉਸ ਸਮੇਂ ਗੁਰੂ ਸਾਹਿਬਾਨ ਦੇ ਸਮੇਂ ਕਿ ਹਰ ਕਿਸੇ ਨੂੰ ਇਹ ਗੱਲ ਕਹੀ ਜਾਂਦੀ ਸੀ ਕਿ ਭਾਈ ਤੁਸੀਂ ਜਿਹੜਾ ਹੈ ਕਿਸੇ ਵੀ ਜਾਨਵਰ ਦਾ ਜੇ ਮਾਸ ਖਾਣਾ ਹੈ ਨਾ ਤੇ ਉਹਨੂੰ ਜ਼ਿਬਾ ਕਰਕੇ ਭਾਵ ਮੁਸਲਮਾਨੀ ਤਰੀਕੇ ਨਾਲ ਹੌਲੀ ਹੌਲੀ ਉਹਦੀ ਛੁਰੀ ਉਹਦੀ ਧੌਣ ਤੇ ਫੇਰ ਕੇ ਉਹਨੂੰ ਮਾਰ ਕੇ ਫਿਰ ਖਾਣਾ। ਤੇ ਤੁਸੀਂ ਝਟਕਾ ਨਹੀਂ ਕਰ ਸਕਦੇ, ਹੌਲੀ ਹੌਲੀ ਉਹਨੂੰ ਜ਼ਿਬਾ ਕਰਕੇ ਖਾ ਸਕਦੇ। ਇਹ ਮੁਸਲਮਾਨਾਂ ਦੇ ਜਿਹੜੇ ਇਸ ਸਮੇਂ ਇੱਥੇ ਜਿਹੜੇ ਰਾਜੇ ਹੋਏ ਆ, ਬਾਦਸ਼ਾਹ ਹੋਏ ਆ, ਔਰੰਗਜ਼ੇਬ ਵਰਗੇ, ਉਹਨਾਂ ਨੇ ਐਲਾਨ ਕੀਤਾ ਸੀ ਕਿ ਕੋਈ ਵੀ ਮਾਸ ਜ਼ਿਬਾ ਕਰਨ ਤੋਂ ਬਗੈਰ ਨਹੀਂ ਖਾਵੇਗਾ। ਤੇ ਉਸ ਸਮੇਂ ਫਿਰ ਜਿਹੜੇ ਵੀ ਲੋਕ ਸਨ ਉਹਨਾਂ ਨੂੰ ਜ਼ਿਬਾ ਕਰਕੇ ਖਾਣਾ ਪੈਂਦਾ ਸੀ ਮਾਸ। ਤੇ ਫਿਰ ਸਤਿਗੁਰਾਂ ਨੇ ਇਹ ਉਸ ਗੁਲਾਮੀ ਦੇ ਪ੍ਰਤੀਕ ਤੋਂ ਸਾਨੂੰ ਕੱਢਣ ਵਾਸਤੇ ਕਹਿ ਦਿੱਤਾ ਕਿ ਸਿੱਖ ਜਿਹੜਾ ਹੈ ਮੁਸਲਮਾਨੀ ਤਰੀਕੇ ਨਾਲ ਜ਼ਿਬਾ ਕੀਤਾ ਹੋਇਆ ਮਾਸ ਨਹੀਂ ਖਾਵੇਗਾ ਤੇ ਜਿਹੜਾ ਝਟਕਾ ਮਾਸ ਜਿਹੜਾ ਉਹ ਖਾਣ ਦੀ ਮਨਾਹੀ ਨਹੀਂ ਹੈ। ਸਾਡੇ ਕੁਝ ਇਤਿਹਾਸਿਕ ਸਰੋਤਾਂ ਦੇ ਵਿੱਚ ਇਸ ਗੱਲ ਨੂੰ ਜਿਹੜਾ ਲਿਖਿਆ ਗਿਆ ਹੈ, ਜਿਵੇਂ ਗਿਆਨੀ ਗਿਆਨ ਸਿੰਘ ਨੇ ਵੀ ਲਿਖਿਆ ਹੈ ਪੰਥ ਪ੍ਰਕਾਸ਼ ਦੇ ਵਿੱਚ, ਤੇ ਰਤਨ ਸਿੰਘ ਭੰਗੂ ਨੇ ਵੀ ਆਪਣੇ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ। ਸਾਡੇ ਕਾਫੀ ਜਿਹੜੇ ਇਤਿਹਾਸਿਕ ਸਰੋਤ ਆ ਉਹਨਾਂ ਦੇ ਵਿੱਚ ਇਹਦੀ ਜਿਹੜੀ ਆ ਗੱਲ ਲਿਖੀ ਗਈ ਹੈ। ਤੇ ਪਰ ਮੈਂ ਇੱਥੇ ਇਹ ਸਟੀਕ ਨਹੀਂ ਕਵਾਂਗਾ ਕਿ ਇਹ ਗੱਲ ਨਹੀਂ ਕਵਾਂਗਾ ਕਿ ਖਾ ਲੈਣਾ ਚਾਹੀਦਾ ਹੈ ਜਾਂ ਨਹੀਂ ਖਾ ਲੈਣਾ ਚਾਹੀਦਾ ਦੂਸਰਾ ਮਾਸ। ਉਹਦੇ ਬਾਰੇ ਅਜੇ ਪੰਥ ਜਿਹੜਾ ਹੈ ਬੜੀਆਂ ਗੱਲਾਂ ਦੇ ਵਿੱਚ ਹੈ। ਪਰ ਮੈਂ ਇੱਕ ਗੱਲ ਤੁਹਾਨੂੰ ਕਵਾਂਗਾ
ਕਿ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਬੜੀ ਸੁੰਦਰ ਪੰਕਤੀ ਹੈ ਸ੍ਰੀ ਰਾਗ ਦੇ ਵਿੱਚ, ਉਹਨੂੰ ਆਪਣੇ ਮਨ 'ਚ ਵਸਾ ਲਈਏ ਤੇ ਸਾਰੇ ਭਰਮ ਮਿਟ ਜਾਂਦੇ ਆ। ਸਤਿਗੁਰੂ ਕਹਿੰਦੇ, ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੇ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ। ਇਹ ਪੰਕਤੀ ਨੂੰ ਮਨ 'ਚ ਵਸਾ ਲਈਏ। ਬਾਬਾ, ਹੋਰ ਖਾਣਾ ਖੁਸ਼ੀ ਖਵਾਰ, ਹੋਰ ਜਿਹੜਾ ਜੋ ਵੀ ਤੁਸੀਂ ਖਾਂਦੇ ਹੋ ਨਾ ਉਹ ਖੁਸ਼ੀ ਖਵਾਰ ਹੈ, ਕੋਈ ਗੱਲ ਨਹੀਂ, ਖਾਓ ਜੋ ਤੁਸੀਂ ਖਾਣਾ ਹੈ। ਜਿਤ ਖਾਧੇ ਤਨ ਪੀੜੀਏ, ਜਿਸ ਚੀਜ਼ ਦੇ ਖਾਣ ਦੇ ਨਾਲ ਭਾਵੇਂ ਉਹ ਕੋਈ ਵੀ ਚੀਜ਼ ਹੋਵੇ, ਜਿਤ ਖਾਧੇ ਤਨ ਪੀੜੀਏ, ਜਿਹਦੇ ਨਾਲ ਤਨ ਦੁਖੀ ਹੋਵੇ, ਮਨ ਮੈਂ ਚੱਲੈ ਵਿਕਾਰ, ਤੇ ਜਿਨ੍ਹਾਂ ਦੇ ਨਾਲ ਮਨ ਖਰਾਬ ਹੋਵੇ ਉਹ ਭੋਜਨ ਜਿਹੜਾ ਹੈ ਨਹੀਂ ਖਾਣਾ ਚਾਹੀਦਾ। ਇਹ ਗੁਰੂ ਨਾਨਕ ਸਾਹਿਬ ਨੇ ਗੱਲ ਮੁਕਾ ਦਿੱਤੀ। ਹੁਣ ਇੱਥੇ ਦੇਖ ਲਓ ਕਿ ਭਾਵੇਂ ਅਸੀਂ ਸੰਸਾਰ ਦਾ ਕਿਹੜਾ ਭੋਜਨ ਖਾਂਦੇ ਹਾਂ, ਜਿਹਦੇ ਨਾਲ ਸਾਡਾ ਮਨ ਵਿਕਾਰੀ ਹੁੰਦਾ ਹੈ, ਉਹਨੂੰ ਛੱਡ ਦੇਣਾ ਚਾਹੀਦਾ ਹੈ। ਜਿਹਦੇ ਨਾਲ ਸਾਡਾ ਸਰੀਰ ਦੁੱਖ ਪਾਉਂਦਾ ਹੈ, ਉਹ ਭੋਜਨ ਸਾਨੂੰ ਨਹੀਂ ਕਰਨਾ ਚਾਹੀਦਾ। ਤੇ ਇਸ ਕਰਕੇ ਸਿੱਖ ਨੇ ਖਾਣ ਲਈ ਨਹੀਂ ਜਿਉਣਾ, ਜਿਉਣ ਲਈ ਖਾਣਾ ਹੈ। ਇਹ ਗੱਲ ਸਾਨੂੰ ਧਿਆਨ 'ਚ ਰੱਖਣੀ ਚਾਹੀਦੀ ਹੈ। ਇੱਥੇ ਮਸਲਾ ਇਹ ਨਹੀਂ ਹੈ ਕਿ ਮਾंस ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਇਹਦੇ ਤੇ ਸਵਾਲ ਬਹੁਤ ਆ। ਜਿਹੜੇ ਖਾਣ ਵਾਲੇ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੀ ਉਦਾਹਰਨਾਂ ਦਿੰਦੇ ਆ, ਜਿਹੜੇ ਨਹੀਂ ਖਾਂਦੇ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਉਦਾਹਰਨਾਂ ਦਿੰਦੇ ਆ। ਤੇ ਮੈਂ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਕੋਈ ਮੈਨੂੰ ਥੋੜੀ ਹੈ ਕਿ ਆਹ ਲੈ ਆਓ ਤੇ ਆਹ ਲੈ ਆਓ, ਨਹੀਂ, ਉਹ ਸਾਡੇ ਗੁਰੂ ਹਨ। ਇਸ ਕਰਕੇ ਸਾਨੂੰ ਇਹ ਆਪ ਸੋਚਣਾ ਚਾਹੀਦਾ ਕਿ ਜੋ ਸਤਿਗੁਰਾਂ ਨੇ ਕਹਿ ਦਿੱਤਾ ਕਿ ਹੋਰ ਖਾਣਾ ਖੁਸ਼ੀ ਖਵਾਰ, ਖਾਓ, ਸਿੱਖ ਨੇ ਸਾਰਾ ਕੁਝ ਖਾਣਾ ਹੈ, ਪਰ ਉਹ ਚੀਜ਼ ਨਾ ਖਾਓ ਜਿਹਦੇ ਨਾਲ ਮਨ ਵਿਕਾਰੀ ਹੋਵੇ ਤੇ ਜਿਹਦੇ ਨਾਲ ਸਰੀਰ ਨੂੰ ਦੁੱਖ ਹੋਣ। ਇਸ ਕਰਕੇ ਇੱਥੇ ਸਵਾਲ ਇਹ ਖਤਮ ਹੋ ਜਾਂਦਾ ਹੈ। ਤੇ ਅਸਲ 'ਚ ਸਿੱਖ ਦਾ ਜਿਹੜਾ ਇਹ ਕਾਰਜ ਹੈ ਨਾ, ਅਸਲ 'ਚ ਨਾ ਅਸੀਂ ਇਹਨਾਂ ਹੀ ਗੱਲਾਂ ਦੇ ਉੱਤੇ ਅੜ ਜਾਂਦੇ ਹਾਂ, ਪਰ ਸਾਡਾ ਜੀਵਨ ਜਿਹੜਾ ਹੈ ਨਾ, ਉਹ ਜੋ ਆਪਾਂ ਅੱਜ ਵੀ ਪੜ੍ਹਿਆ ਕਿ ਘੱਟ ਵਿੱਚ ਅੰਮ੍ਰਿਤ ਹੈ, ਤੇ ਉਸ ਅੰਮ੍ਰਿਤ ਨੂੰ ਪ੍ਰਗਟ ਕਰਨਾ, ਉਹਨਾਂ ਗੱਲਾਂ ਵੱਲ ਨਹੀਂ ਅਸੀਂ ਜਾਂਦੇ। ਕਦੀ ਕੋਈ ਸਵਾਲ ਨਹੀਂ ਪੁੱਛਦਾ ਕਿ ਭਾਈ ਨਿਤਨੇਮ ਜਿਹੜਾ ਹੈ ਉਹ ਅਸੀਂ ਕਰਦੇ ਹਾਂ, ਉਹ ਕਿਵੇਂ ਕਰਨਾ ਚਾਹੀਦਾ ਹੈ, ਕਿਵੇਂ ਦਾ ਸਾਡਾ ਜੀਵਨ ਹੋਣਾ ਚਾਹੀਦਾ ਹੈ, ਸੇਵਾ ਕਿਵੇਂ ਕਰਨੀ ਚਾਹੀਦੀ, ਕਦੀ ਨਹੀਂ ਕਿਸੇ ਨੇ ਪੁੱਛਿਆ। ਪਰ ਜਦੋਂ ਸਿੱਖ ਰਹਿਤ ਮਰਿਆਦਾ 'ਚ ਆਹ ਗੱਲ ਆਉਂਦੀ ਹੈ ਨਾ, ਕੁੱਠਾ ਖਾਣਾ, ਇਹਦੇ ਬਾਰੇ ਗੱਲ ਆਉਂਦੀ ਹੈ, ਤੇ ਫਿਰ ਹਰ ਕੋਈ ਜਿਹੜਾ ਹੈ ਨਾ, ਖਾਣ ਵਾਲਾ ਵੀ ਵਾਰ-ਵਾਰ ਪਰਤਾ ਕੇ ਪੁੱਛਦਾ ਹੈ, ਨਾ ਖਾਣ ਵਾਲਾ ਵੀ ਵਾਰ-ਵਾਰ ਪੁੱਛਦਾ ਹੈ ਕਿ ਪੁੱਛੀਏ ਸਹੀ ਭਾਈ ਸਾਹਿਬ ਕੀ ਕਹਿੰਦੇ ਹਨਾ। ਇਹਨਾਂ ਗੱਲਾਂ ਤੇ ਅਸੀਂ ਅੜ ਕੇ ਰਹਿ ਗਏ ਹਾਂ। ਪਰ ਸਤਿਗੁਰਾਂ ਨੇ ਕਹਿ ਦਿੱਤਾ ਕਿ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੇ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ। ਇਹ ਗੱਲ ਸਾਨੂੰ ਧਿਆਨ 'ਚ ਰੱਖਣੀ ਚਾਹੀਦੀ ਹੈ। ਨੰਬਰ 3, ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਭੋਗਣਾ। ਪਰ ਇਸਤਰੀ, ਆਪਣ ਇਸਤਰੀ ਜੋ ਰਤ ਹੋਈ, ਰਹਿਤਵੰਤ ਹੈ ਸਿੰਘ ਸੋਈ। ਉਹੀ ਸਿੰਘ ਜਿਹੜਾ ਰਹਿਤਵੰਤ ਹੈ, ਜਿਹੜਾ ਆਪਣੀ ਇਸਤਰੀ ਸੋ ਰਤ ਹੋਈ। ਸਤਿਗੁਰਾਂ ਨੇ ਕਹਿ ਦਿੱਤਾ ਕਿ ਤੈਨੂੰ ਇਹ ਜਿਹੜਾ ਹੈ ਨਾ ਸੰਸਾਰ, ਇਹ ਬਗੀਚੇ ਵਰਗਾ ਹੈ, ਇਹਦੇ ਵਿੱਚ ਤੈਨੂੰ ਇੱਕ ਫੁੱਲ ਤੋੜਨ ਦੀ ਜਿਹੜੀ ਆ ਉਹ ਗੱਲ ਹੈ ਕਿ ਤੂੰ ਇੱਕ ਫੁੱਲ ਤੋੜ ਸਕਦਾ। ਜੇ ਤੂੰ ਕਵੇਂ ਕਿ ਮੈਂ ਬਗੀਚਾ ਹੀ ਬਰਬਾਦ ਕਰ ਦੇਵਾਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਪਰ ਵੇਲ ਨਾ ਜੋ ਹੈ ਕੰਤ ਤੂੰ। ਸਤਿਗੁਰਾਂ ਨੇ ਕਹਿ ਦਿੱਤਾ ਪਰਾਏ ਨਾਲ ਸੰਬੰਧ ਜਿਹੜਾ, ਭਾਵੇਂ ਉਹ ਇਸਤਰੀ ਦਾ ਪੁਰਸ਼ ਨਾਲ ਜਾਂ ਪੁਰਸ਼ ਦਾ ਇਸਤਰੀ ਨਾਲ, ਅੱਜ ਸੰਸਾਰ ਦੀ ਬਹੁਤ ਵੱਡੀ ਤਰਾਸਦੀ ਹੈ। ਇਹ ਆਪ ਜੀ ਨੂੰ ਸਮਝਣਾ ਚਾਹੀਦਾ ਹੈ, ਤੇ ਇਹ ਸਾਨੂੰ ਗੱਲ ਹਿਰਦੇ 'ਚ ਵਸਾ ਲੈਣੀ ਚਾਹੀਦੀ ਹੈ। ਬੜੀ ਵੱਡੀ ਤਰਾਸਦੀ ਹੈ ਸਾਡੇ ਸਮਾਜ ਦੀ ਅੱਜ। ਜਿੰਨੀਆਂ ਖਬਰਾਂ ਤੁਸੀਂ ਵੇਖੋਗੇ, ਜਿੰਨਾ ਕੁਝ ਵੀ ਤੁਸੀਂ ਅਖਬਾਰਾਂ ਪੜ੍ਹੋਗੇ, ਟੀਵੀ ਦੇਖੋਗੇ, ਕਈ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਕਿ ਔਰਤ ਦੇ 3-4 ਬੱਚੇ ਹੁੰਦੇ ਆ ਤੇ ਉਹ ਕਿਸੇ ਪਰਾਏ ਮਰਦ ਨਾਲ ਚਲੀ ਜਾਂਦੀ ਹੈ। ਇਹ ਕਿਸ ਤਰ੍ਹਾਂ ਦਾ ਸਿਧਾਂਤ ਆ ਸਾਹਮਣੇ ਪੈਦਾ ਹੋ ਰਿਹਾ, ਇਸ ਤਰ੍ਹਾਂ ਦਾ ਸਮਾਜ ਬਣ ਰਿਹਾ। ਇਹ ਸਾਨੂੰ ਸੋਚਣਾ ਬਣਦਾ। ਇਸ ਕਰਕੇ ਸਤਿਗੁਰਾਂ ਨੇ ਦੇਖੋ ਇਹਨੂੰ ਕ੍ਰੈਤਾਂ ਵਿੱਚ ਦਰਜ ਕਰ ਦਿੱਤਾ ਕਿ ਭਾਈ ਪਰ ਇਸਤਰੀ ਪਰ ਪੁਰਸ਼ ਦਾ ਗਮਨ ਜਿਹੜਾ ਹੈ ਨਾ, ਇਹ ਕੁਰੈਤ ਹੈ, ਇਹਦੇ ਵੱਲ ਨਹੀਂ ਜਾਣਾ। ਜੇ ਜੀਵਨ ਕਮਾਉਣਾ ਹੈ, ਉਹਦੇ ਵਾਸਤੇ ਆਪਣ ਇਸਤਰੀ ਸੋ ਰਤ ਹੋਈ, ਇਸ ਤਰ੍ਹਾਂ ਦਾ ਤੇਰਾ ਜੀਵਨ ਹੋਣਾ ਚਾਹੀਦਾ। ਤੇ ਇਹ ਦੇਖੋ ਸਤਿਗੁਰਾਂ ਨੇ ਪਹਿਲੋਂ ਹੀ ਗੱਲ ਜਿਹੜੀ ਹੈ ਖਤਮ ਕਰ ਦਿੱਤੀ ਕਿ ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਜਿਹੜਾ ਹੈ ਨਾ, ਉਹ ਖਾਲਸੇ ਵਾਸਤੇ, ਉਹ ਇੱਕ ਸਿੱਖ ਦੇ ਵਾਸਤੇ ਨਹੀਂ ਬਣਿਆ। ਸੋ ਉਸ ਤੋਂ ਅੱਗੇ ਆ ਜਾਓ 4 ਨੰਬਰ, ਤਮਾਕੂ ਦਾ ਵਰਤਣਾ। ਇੱਥੇ ਤਮਾਕੂ ਤੋਂ ਭਾਵ ਕੋਈ ਵੀ ਨਸ਼ਾ ਜਿਹੜਾ ਹੈ ਉਹ ਸਿੱਖ ਨੇ ਨਹੀਂ ਵਰਤਣਾ। ਆਪਾਂ ਗੁਰਮਤਿ ਰਹਿਤ ਦੇ ਵਿੱਚ ਵੀ ਪੜ੍ਹਿਆ। ਪਰ ਤਮਾਕੂ ਦਾ ਇੱਥੇ ਖਾਸ ਕਰਕੇ ਵਰਣਨ ਇਸ ਕਰਕੇ ਹੈ ਕਿਉਂਕਿ ਇਹਨੂੰ ਸਤਿਗੁਰਾਂ ਨੇ ਜਗਤ ਜੂਟ ਆਖਿਆ। ਅੱਜ ਜਿੰਨੀਆਂ ਵੀ ਬਿਮਾਰੀਆਂ ਆ ਲੋਕਾਂ ਦੇ ਵਿੱਚ, ਉਹ ਇਸ ਤਮਾਕੂ ਨਾਲ ਜਿਹੜੀਆਂ ਕੈਂਸਰ ਵਗੈਰਾ ਜਿਹੜੀ ਵੱਧ ਫੈਲਦੀ ਆ। ਅੱਜ ਟੀਵੀ ਦੇ ਉੱਤੇ ਐਡ ਆ ਕੇ ਇਹ ਗੱਲ ਕਹੀ ਜਾਂਦੀ ਹੈ ਕਿ ਭਾਈ ਤੁਸੀਂ ਤਮਾਕੂ ਨਾ ਵਰਤੋ। ਪਰ ਸਤਿਗੁਰਾਂ ਨੇ ਸਾਨੂੰ ਦੇਖੋ ਕਿੰਨਾ ਸੋਹਣਾ ਜੀਵਨ ਬਖਸ਼ਿਸ਼ ਕੀਤਾ ਹੈ। ਨਹੀਂ ਤੇ ਤਮਾਕੂ ਖਾਣ ਵਾਲਾ ਬੰਦਾ ਥਾਂ ਥਾਂ ਥੁੱਕਦਾ ਫਿਰਦਾ ਹੈ, ਥਾਂ ਥਾਂ ਬੀੜੀ ਥੁੱਕਾ ਕੇ ਬਹਿ ਜਾਂਦਾ। ਕਿਵੇਂ ਦਾ ਉਹਦਾ ਜੀਵਨ ਹੈ? ਉਹ ਨਿੱਗਰ ਗਿਆ ਨਾ, ਜੀਵਨ ਨਿਚਾਣ ਵੱਲ ਨੂੰ ਗਿਆ ਨਾ।
पर सतगुਰਾਂ ने सानू देखो किन्ना उच्चा चुकिया, किन्नी सानू पवित्र शरीर दिता ते किस उस पवित्रता किन्नी दिती है ਉਹਦੇ ਵਿੱਚ कि भाई तू तंबाकू ना वरत। सिख ने तंबाकू ਦੀ ਜਿਹੜੀ ਵਰਤੋਂ ਉਹ ਨਹੀਂ ਕਰਨੀ, क्योंकि तंबाकू अज जे साइंस कहती अज जे गल कहते हैं कि ਇਹਦੇ ਨਾਲ कैंसर ਹੁੰਦਾ है, मैडिकल कहता है, ਤੇ ਉਹ ਸਾਨੂੰ ਗੱਲ ਸਤਿਗੁਰਾਂ ਨੇ ਪਹਿਲਾਂ ਹੀ ਦੱਸ ਦਿੱਤੀ ਕਿ ਭਾਈ ਇਹ ਗੱਲ ਤੇਰੇ ਲਈ ਮਾੜੀ ਹੈ, ਤੰਬਾਕੂ ਜਿਹੜਾ ਹੈ ਤੂੰ ਨਹੀਂ ਵਰਤਣਾ। ਇਹ ਪਤਾ ਨਹੀਂ ਕੀ ਗੱਲ ਹੈ, ਇਹ ਗੱਲ ਕਹੀ ਤੇ ਜਾਂਦੇ ਆ ਕਿ ਭਾਈ ਤੰਬਾਕੂ ਵਰਤਣ ਦੇ ਨਾਲ ਕੈਂਸਰ ਹੁੰਦਾ, ਨਾ ਵਰਤੋ, ਤੇ ਨਾਲੇ ਵੱਡੀਆਂ ਵੱਡੀਆਂ ਦੁਕਾਨਾਂ ਛੋਟੇ ਛੋਟੇ ਖੋਖੇ ਜੇ ਖੋਲ ਕੇ ਨਾਲੇ ਵਰਤਾਈ ਵੀ ਜਾਂਦੇ ਆ, ਸਰਕਾਰਾਂ ਹੀ ਵਰਤਾਈ ਜਾਂਦੀਆਂ ਤੇ ਸਰਕਾਰਾਂ ਟੀਵੀ ਤੇ ਐਡ ਦੇਈ ਜਾਂਦੀਆਂ ਕਿ ਤੰਬਾਕੂ ਨਾ ਵਰਤੋ। ਕਮਾਲ ਹੀ ਹੋਈ ਪਈ ਹੈ ਨਾ। ਸੋ ਇਹ ਸਤਿਗੁਰਾਂ ਨੇ ਸਾਨੂੰ ਦੇਖੋ ਕਿੱਡਾ ਵੱਡਾ ਸਿਧਾਂਤ ਦਿੱਤਾ ਕਿ ਜਿਹੜਾ ਨਸ਼ਾ ਹੈ ਉਹ ਸਿੱਖ ਨੇ ਸਿਰਫ ਪ੍ਰਸ਼ਾਦੇ ਦਾ ਹੀ ਕਰਨਾ। ਪ੍ਰਸ਼ਾਦਾ ਵੀ ਇੱਕ ਅਮਲ ਹੈ, ਜਿਹੜਾ ਨਸ਼ਾ ਹੈ ਉਸ ਅਸਲ 'ਚ ਸਿੱਖ ਨੂੰ ਨਾਮ ਦਾ ਹੀ ਹੋਣਾ ਚਾਹੀਦਾ ਹੈ। ਪ੍ਰਸ਼ਾਦਾ ਸਿਰਫ ਉਹਨੇ ਆਪਣੇ ਜੀਵਨ ਦਾ ਨਿਰਵਾਹ ਤੋਰਨ ਵਾਸਤੇ ਛਕਣਾ ਹੈ। ਸੋ ਤੰਬਾਕੂ ਦਾ ਜਿਹੜਾ ਵਰਤਣਾ ਇੱਥੇ ਪੰਥ ਨੇ ਗੱਲ ਕਹੀ ਹੈ ਕਿ ਇਹ ਜਿਹੜੀਆਂ 4 ਕੁਰੈਤਾਂ ਦੱਸੀਆਂ ਗਈਆਂ ਹਨ, ਕੇਸਾਂ ਦੀ ਬੇਅਦਬੀ ਤੇ ਪੁੱਠਾ ਮਾਸ ਖਾਣਾ, ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ, ਤੇ ਚੌਥਾ ਜਿਹੜਾ ਹੈ ਤੰਬਾਕੂ ਦਾ ਵਰਤਣਾ। ਇਹ ਜਿਹੜਾ ਹੈ ਇਹਨਾਂ ਤਰੀਕਿਆਂ ਦੇ ਨਾਲ ਇਹ 4 ਕੁਰੈਤਾਂ ਕਰਨ ਦੇ ਨਾਲ ਸਿੱਖ ਨੂੰ ਦੁਬਾਰਾ ਅੰਮ੍ਰਿਤ ਛਕਣਾ ਪਵੇਗਾ। ਇਹਨਾਂ ਵਿੱਚੋਂ ਕੋਈ ਵੀ ਕੁਰੈਤ ਹੋ ਜਾਵੇ ਤਾਂ ਮੁੜ ਕੇ ਅੰਮ੍ਰਿਤ ਛਕਣਾ ਪਵੇਗਾ, ਦੁਬਾਰਾ ਅੰਮ੍ਰਿਤ ਛਕਣਾ ਪੈਂਦਾ ਹੈ। ਆਪਣੀ ਇੱਛਾ ਵਿਰੁੱਧ ਅਣਭੋਲ ਹੀ ਕੋਈ ਕੁਰੈਤ ਹੋ ਜਾਵੇ ਤਾਂ ਕੋਈ ਦੰਡ ਨਹੀਂ। ਹਾਂ, ਅਣਭੋਲ ਹੀ ਕੋਈ ਕੁਰੈਤ ਹੋ ਜਾਵੇ, ਜਿਵੇਂ ਕਈ ਵਾਰੀ ਕੀ ਹੁੰਦਾ ਕਿ ਮੈਡੀਕਲ ਤੌਰ ਦੇ ਉੱਤੇ ਕਿਸੇ ਨੂੰ ਜਿਹੜਾ ਸਰੀਰ ਦੇ ਕੇਸ ਜਿਹੜੇ ਉਹ ਕਰਨੇ ਪੈਂਦੇ ਆ, ਤੇ ਉਹਨੂੰ ਆਪਾਂ ਕੁਰੈਤ ਜਿਹੜੀ ਹੈ ਤੇ ਕੁਰੈਤ, ਪਰ 5 ਪਿਆਰਿਆਂ ਦੇ ਅੱਗੇ ਜਾ ਕੇ ਉਹਨੂੰ ਬਖਸ਼ਾ ਲੈਣਾ ਚਾਹੀਦਾ ਹੈ ਜੇ ਭੁੱਲ ਹੋ ਜਾਵੇ ਇਸ ਤਰ੍ਹਾਂ ਦੀ। ਸੋ ਇਹ ਆਪਾਂ ਜਿਹੜਾ ਹੈ ਨਾ ਅੱਜ ਇੰਨਾ ਹੀ ਕਰਾਂਗੇ। ਅੱਗੇ ਆਪਾਂ ਜਿਹੜਾ ਹੈ ਉਹ ਕੱਲ ਨੂੰ ਵਿਚਾਰਾਂਗੇ ਸਿਰ ਗੁੰਮ ਕੀ ਹੁੰਦੇ, ਨੜੀ ਮਾਰ ਕੀ ਹੁੰਦੇ ਆ, ਇਹਨਾਂ ਦਾ ਸੰਗ ਕਿਉਂ ਨਹੀਂ ਕਰਨਾ, ਇਹ ਆਪਾਂ ਕੱਲ ਦੀ ਕਲਾਸ 'ਚ ਵਿਚਾਰਾਂਗੇ। ਸਮਾਂ ਵਧੀਕ ਹੋ ਗਿਆ ਹੈ, ਸੋ ਮੈਨੂੰ ਲੱਗਦਾ ਹੈ ਕਿ ਆਪ ਜੀ ਨੂੰ ਇਹ ਜਿਹੜੀ ਰਹਿਤ ਹੈ ਪਤਾ ਲੱਗ ਗਈ ਹੋਏਗੀ ਕਿ ਕਿਵੇਂ ਪੰਥ ਨੇ ਇਹ ਜਿਹੜੀ ਰਹਿਤ ਹੈ ਸਾਨੂੰ ਦਿੱਤੀ ਹੈ, ਕਿਵੇਂ ਇਸ ਰਹਿਤ ਦੇ ਵਿੱਚ ਰਹਿਣਾ ਸਾਨੂੰ ਸਿਖਾਇਆ ਕਿ ਭਾਈ ਇਹ ਰਹਿਤਾਂ ਜਿਹੜੀਆਂ ਬੜੀਆਂ ਜ਼ਰੂਰੀ ਆ। ਅਸਲ 'ਚ ਜਿਹੜੀ ਰਹਿਤ ਹੁੰਦੀ ਹੈ ਨਾ ਸਾਧ ਸੰਗਤ, ਸਾਰਾ ਸੰਸਾਰ ਹੀ ਜਿਹੜੀ ਆ ਰਹਿਤ ਦੇ ਵਿੱਚ ਹੈ ਜੇ ਦੇਖਿਆ ਜਾਵੇ। ਹੁਣ ਜੇ ਅੱਗ ਹੈ ਉਹਦੀ ਇੱਕ ਰਹਿਤ ਹੈ ਕਿ ਉਹ ਜੇ ਚੁੱਲ੍ਹੇ 'ਚ ਬਲਦੀ ਹੈ ਠੀਕ ਹੈ, ਜੇ ਮਰਿਆਦਾ ਤੋਂ ਪਰੇ ਹੋ ਜਾਵੇ ਤੇ ਉਹ ਸਾਰਾ ਕੁਝ ਸਾੜ ਕੇ ਤਬਾਹ ਕਰ ਦਿੰਦੀ ਹੈ। ਸਮੁੰਦਰ ਜੇ ਹੈ, ਸਮੁੰਦਰ ਜੇ ਰਹਿਤ ਦੇ ਵਿੱਚ ਹੈ, ਸਮੁੰਦਰ ਵਗੀ ਜਾਵੇ ਠੀਕ ਹੈ, ਪਰ ਜੇ ਰਹਿਤ ਤੋਂ ਬਾਹਰ ਹੋ ਗਿਆ, ਜੇ ਉਹਦੇ ਨਿਯਮ ਤੋਂ ਬਾਹਰ ਹੋ ਗਿਆ ਤੇ ਫਿਰ ਉਹ ਸਾਰਾ ਕੁਝ ਤਬਾਹ ਕਰ ਦਿੰਦਾ। ਇਸੇ ਤਰ੍ਹਾਂ ਦੇਖੋ ਜੇ ਜੀਵਨ ਦੇ ਵਿੱਚ ਸਾਡੇ ਰਹਿਤ ਹੈ ਤੇ ਅਸੀਂ ਗੁਰੂ ਨਾਲ ਜੁੜੇ ਹਾਂ, ਤੇ ਜੇ ਸਾਡੇ ਕੋਲ ਰਹਿਤ ਨਹੀਂ ਹੈ ਤੇ ਅਸੀਂ ਗੁਰੂ ਤੋਂ ਬੇਮੁਖ ਹੋ ਜਾਵਾਂਗੇ। ਇਸ ਕਰਕੇ ਸਾਡਾ ਜੀਵਨ ਫਿਰ ਨਿਘਾਰ ਵੱਲ ਚਲ ਜਾਏਗਾ, ਤੇ ਆਪਣੇ ਜੀਵਨ ਨੂੰ ਉੱਚਾ ਚੁੱਕਣ ਲਈ ਸਾਨੂੰ ਇਹ ਰਹਿਤ ਕਮਾਉਣੀ ਜ਼ਰੂਰੀ ਹੈ। ਸੋ ਆਪ ਜੀ ਦਾ ਜੇ ਕੋਈ ਸਵਾਲ ਹੋਵੇ ਤੇ ਮੈਂ ਕੋਸ਼ਿਸ਼ ਕਰਾਂਗਾ ਹੁਣ ਜਵਾਬ ਦੇਵਾਂ, ਜੇ ਨਾ ਹੋਇਆ ਤਾਂ ਆਪਾਂ ਕੱਲ ਨੂੰ ਉਹਨੂੰ ਵਿਚਾਰ ਕੇ ਅੱਗੇ ਚੱਲਾਂਗਾ। ਆਪਣਾ ਮੈਂ ਆਪ ਜੀ ਆਉਣ ਕਰਕੇ ਸਵਾਲ ਕਰ ਸਕਦੇ। ਮੈਸੇਜ ਵੀ ਆਏ ਸੀ, ਮੈਂ ਵੀ ਦੇਖ ਲਵਾਂ ਕੀ ਸੀ। ਹਾਂਜੀ ਠੀਕ ਹੈ, ਜੱਟ ਸਾਹਿਬ ਦਾ ਹੀ ਉਹਨਾਂ ਸਵਾਲ ਕੀਤਾ ਸੀ। ਵਾਹਿਗੁਰੂ ਠੀਕ ਹੈ, ਵਾਹਿਗੁਰੂ। ਆਪ ਜੀ ਜੇ ਕੋਈ ਸਵਾਲ ਪਰਸਨਲੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੈਸੇਜ ਜਾਂ ਕਾਲ ਕਰ ਸਕਦੇ ਹੋ। ਤੇ ਸੋ ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਕੱਲ ਨੂੰ ਆਪਾਂ ਇਹੀ ਸਿੱਖ ਰਹਿਤ ਮਰਿਆਦਾ ਅੱਗੇ ਵਿਚਾਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।